खबर तुहानूं दस दईए कि मोगा के सरकारी हस्पताल च तैनात हैल्थ सुपरवाइजर महिंदरपाल लुंबा की बदली वाला रौला ठंडा होने का नाम नहीं लै रहा ते हुण महिंदरपाल लुंबा अपने साथियों नाल 3 जुलाई नूं मोगा MLA अमनदीप कौर अरोड़ा की कोठी के सामने प्रदर्शन करनगे। तुहानूं दस दईए कि महिंदरपाल लुंबा ने MLA उपर इल्जाम लाए सन कि उन्होंने सरकारी हस्पताल के AC अपने घर विच लगवाए हैं ते नाल ही उन्होंने हस्पताल के SMO के उपर भी इल्जाम लाए सन। दूजी जगह सरकारी हस्पताल के CMO ने इस ਸਾਰੇ ਦੋਸ਼ਾਂ ਨੂੰ ਨਕਾਰਿਆ ਤੇ CMO ਨੇ ਕਿਹਾ ਕਿ ਇਹ ਸਾਰੇ ਦੋਸ਼ महिंदरपाल लुंबा ਆਪਣੀ ਬਦਲੀ ਹੋਣ ਦੇ ਮਾਮਲੇ ਵਿੱਚ ਲਗਾ ਰਿਹਾ ਹੈ। ਨਾਲ ਹੀ CMO ਨੇ ਏਸੀਆਂ ਦੀ ਵੀ ਪੂਰਨ ਜਾਣਕਾਰੀ ਦਿੱਤੀ ਕਿ AC ਹਸਪਤਾਲ ਦੇ ਕਿਹੜੇ-ਕਿਹੜੇ ਹਿੱਸੇ ਵਿੱਚ ਲੱਗੇ ਹੋਏ ਹਨ। ਨਾਲ ਹੀ ਅਮਨਦੀਪ ਅਰੋੜਾ ਦੇ ਵਕੀਲ ਨੇ ਮਾਫੀ ਮੰਗਣ ਦਾ ਨੋਟਿਸ महिंदरपाल लुंबा ਤੇ ਲੱਖਾ ਸਿਧਾਣਾ ਨੂੰ ਭੇਜ ਦਿੱਤਾ। ਜੇਕਰ ਉਹਨਾਂ ਵੱਲੋਂ ਮਾਫੀ ਨਹੀਂ ਮੰਗੀ ਤਾਂ ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੋਸਟ ਕਰੀ ਹੈਗੀ ਹੈ ਕਲਰਕ ਦੀ ਹੈ ਜੀ। ਤੇ ਮੈਮ ਤੁਸੀਂ ਇੱਥੇ ਆਫਿਸ 'ਚ ਕਿੰਨੀ ਦੇਰ ਤੋਂ ਬੈਠ ਰਹੇ ਹੋ? ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਇਸ ਆਫਿਸ 'ਚ? 2019 ਤੋਂ। 2019 ਤੋਂ। ਤੇ ਜਿਹੜਾ ਤੁਹਾਡੇ ਰੂਮ 'ਚ AC ਲੱਗਿਆ ਕਦੋਂ ਦਾ ਲੱਗਿਆ ਹੈਗਾ ਜੀ? ਇਹਨੂੰ ਹੋ ਗਿਆ ਕਾਫੀ ਟਾਈਮ ਹੋ ਗਿਆ, ਪਿਛਲੇ ਸਾਲ ਦਾ ਹੀ ਲੱਗਿਆ। ਪਿਛਲੇ ਸਾਲ ਦਾ ਹੀ ਲੱਗਿਆ ਹੋਇਆ। ਇਹ ਇੱਥੋਂ ਪੁੱਟਿਆ ਗਿਆ ਤਾਂ ਨਹੀਂ ਸੀ? ਇੱਥੇ ਲੱਗਿਆ ਸੀਗਾ ਪੱਕਾ ਹੀ? ਪਿਛਲੇ ਸਾਲ ਹੀ ਲੱਗਿਆ, ਹਾਂ ਇੱਥੇ ਲੱਗਿਆ। ਉਦੋਂ ਦਾ ਇੱਥੇ ਲੱਗਿਆ ਹੋਇਆ। ਇੱਥੇ ਹੀ ਲੱਗਿਆ ਹੋਇਆ। ਕੀ ਨਾਂ ਹੈ ਤੁਹਾਡਾ? ਸੁਖਿੰਦਰ ਸਿੰਘ। ਸੁਖਦੇਵ, ਤੁਹਾਡੀ ਕੀ ਪੋਸਟ ਕੀ ਹੈ? ਕਲਰਕ ਦੀ। ਕਲਰਕ ਦੀ ਪੋਸਟ ਹੈ। ਜਿਹੜਾ ਤੁਹਾਡੇ ਉੱਪਰ ਰੂਮ ਦੇ ਵਿੱਚ AC ਲੱਗਿਆ ਹੈਗਾ, ਇਹ ਕਦੋਂ ਦਾ ਲੱਗਿਆ ਹੈਗਾ? ਇਹ ਜਦੋਂ ਦਾ ਜੀ ਮੈਂ ਇੱਧਰ ਮੇਰੀ ਹੋਈ ਆ ਚਾਰਜ ਦਿੱਤਾ ਜੀ ਇਹ ਕਮਰੇ ਦਾ, ਉਦੋਂ ਦਾ ਇਹ ਲੱਗਾ ਹੋਇਆ। ਤੁਹਾਡੇ ਆਉਣ ਤੋਂ ਪਹਿਲਾਂ ਲੱਗਿਆ ਹੋਇਆ ਸੀਗਾ? ਹਾਂਜੀ, ਕਿੰਨੀ ਦੇਰ ਹੋ ਗਈ ਤੁਹਾਨੂੰ ਚਾਰਜ ਦਿੱਤੇ ਨੂੰ? ਮੈਨੂੰ ਹਫ਼ਤਾ ਹੋ ਗਿਆ। ਲੁੰਬਾ ਜੀ ਵੱਲੋਂ ਜਿਹੜੇ ਇਲਜ਼ਾਮ ਲੱਗ ਰਹੇ ਹੈ ਵੀ 3 ਲੱਖ ਰਿਸ਼ਵਤ ਲੈਣ ਦੇ, ਕੀ ਸੱਚਾਈ ਹੈ? ਸੱਚਾਈ ਇਹ ਹੈ ਜੀ, ਮੇਰੀ ਅੱਜ ਤੱਕ ਟ੍ਰਾਂਸਫਰ ਹੋਈ ਨਹੀਂ तो पैसा देने का मामला कितों तक आया। एक मेरी डिसेबिलिटी हैंडीकैप 80% तो उपर आ, उनके तहत मैं इत्थे तैनात हाँ। 1/1/2021 तो SMOशिप मैं कर रहा वां ते कांग्रेस गवर्नमेंट दे विच मेरी प्रमोशन हुई तो हुण 2.5 साल हो गए जी। मेरा अज तक किसी रिकॉर्ड आ भी किते कोई ट्रांसफर नहीं होई, तो रिश्वत की तो किते दूर गल है जी। डॉक्टर साहब एक मसला होर भी उन्होंने याद किया गया, कुछ एसीआं की जी गल हैगी है भी हस्पताल के 4 AC ਜਿਹੜੇ ਕਿ ਮੰਗਵਾਏ ਗਏ ਸੀਗੇ, ਉਹਨਾਂ ਨੇ ਬਿੱਲ ਵੀ ਪੇਸ਼ ਕੀਤੇ ਆ। ਉਹ ਕਹਿੰਦੇ ਵੀ ਇਹੀ AC ਜਿਹੜੇ ਹੈਗੇ ਨੇ ਉਹਨਾਂ 'ਚ 2 AC ਜਿਹੜੇ ਹੈਗੇ ਨੇ MLA ਸਾਹਿਬ ਦੇ ਢੰਗ। ਸਰ ਕੱਲ੍ਹ ਜਾਂਚ ਮਾਨਯੋਗ ਸਿਵਲ ਸਰਜਨ ਸਾਹਿਬ ਨੇ ਕੱਲ੍ਹ ਜਾਂਚ ਕਮੇਟੀ ਬਣਾਈ ਸੀ। ਉਹਦੇ ਵਿੱਚ ਜੀ ਸਾਰਾ AC ਚੈੱਕ ਹੋਏ ਆ, ਸੀਰੀਅਲ ਨੰਬਰ ਸਾਰਾ ਕੁਛ, 4 AC ਪਾਏ ਗਏ ਆ। 2 ਇੱਕ ਐਮਰਜੈਂਸੀ 'ਚ, ਇੱਕ ਮੋਰਚਰੀ 'ਚ, ਇੱਕ ਆਪਣੇ CS ਆਫਿਸ, ਇੱਕ SMO ਆਫਿਸ। ਇਹ ਕਦੋਂ ਦੀ ਸਟੋਰੇਜ? ਇਹ ਬਿੱਲ ਤੋਂ ਦੇਖ ਕੇ ਪਤਾ ਲੱਗੂਗਾ ਜੀ। ਲਾਸਟ ਈਅਰ ਆਈ ਥਿੰਕ ਅਗਸਤ ਵਿੱਚ ਜਦੋਂ ਦਾ ਬਿੱਲ ਦਾ ਉਦੋਂ ਦਾ ਹੀ ਸੀ। 7ਵੇਂ 8ਵੇਂ ਮਹੀਨੇ ਦੇ? ਯੈਸ, ਉਦੋਂ ਦਾ ਹੀ ਹੈ ਜੀ, ਉਦੋਂ ਦਾ ਹੀ। ਤੇ ਉਹਦੇ ਵਿੱਚ ਕਹਿ ਰਹੇ ਵੀ AC ਦੁਆਰਾ ਲੱਗਿਆ ਹੈਗਾ ਜੀ ਇੱਥੇ? ਨਹੀਂ ਜੀ, ਕੋਈ AC ਦੁਆਰਾ ਨਹੀਂ ਲੱਗਾ ਸਰ। ਕੁਝ ਵੀਡੀਓ ਕਹਿੰਦੇ ਸਾਡੇ ਕੋਲ ਲੱਗੀਆਂ ਨੇ ਜਿਹੜਾ ਕਿ ਮਸਲਾ ਭਖਣ ਤੋਂ ਬਾਅਦ ਜਿਹੜਾ AC ਲਾਇਆ ਗਿਆ ਹੈਗਾ। ਉਹ ਜੀ ਉਹ ਗਲਤ ਨੋਸ਼ਨ ਆਈ ਹੈ ਜੀ। OT ਦੇ ਦੋਨੇ AC ਖਰਾਬ ਹੋ ਗਏ ਸੀਗੇ ਜੀ, ਵਿੰਡੋ AC। ਉਹ ਨਿਊ MCH ਦੇ ਪ੍ਰਾਈਵੇਟ ਰੂਮ ਵਿੱਚੋਂ AC ਉਤਾਰ ਕੇ ਅਸੀਂ ਉਹਦੇ ਵਿੱਚ OT ਦੇ ਵਿੱਚ ਲਾਇਆ। ਸਾਡੇ ਡਾਕਟਰ ਸਾਹਿਬਾਨ ਕਹਿ ਰਹੇ ਸਾਨੂੰ ਸਰਜਰੀ ਕਰਨ 'ਚ ਦਿੱਕਤ ਆ ਰਹੀ ਹੈ ਪੇਸ਼ੈਂਟਸ ਦੇ ਲਈ। ਉਹ ਅਸੀਂ ਸ਼ਿਫਟ ਕੀਤਾ। ਉਹਦੀ ਪ੍ਰੋਪਰ ਸਾਡੇ ਕੋਲ ਡਿਮਾਂਡ ਆ ਅਤੇ ਉਹਦੀ ਪ੍ਰੋਪਰ ਜਦੋਂ AC ਇੰਸਟਾਲ ਹੋਇਆ ਉਸ ਡੇਟ ਦੀ ਲੈਟਰ ਹੈਗੀ ਹੈ। ਮਤਲਬ ਹਸਪੀਟਲ ਟੂ ਹਸਪੀਟਲ ਹੀ ਹੋਇਆ ਜੀ? ਵਾਰਡ ਟੂ ਵਾਰਡ ਹੋਇਆ ਜੀ। ਜਿਹੜਾ MLA ਸਾਹਿਬ ਦੇ ਉੱਪਰ ਆਰੋਪ ਲੱਗ ਰਿਹਾ ਹੈਗਾ ਜੀ, ਉਹਨਾਂ ਆਰੋਪਾਂ ਨੂੰ ਤੁਸੀਂ ਕੀ ਕਹੋਗੇ ਜੀ? ਬੇਬੁਨਿਆਦ ਆ ਜੀ ਸਾਰੇ ਆਰੋਪ। MLA ਸਾਹਿਬ ਦੇ ਕੋਈ ਨਹੀਂ AC ਗਿਆ? ਨਹੀਂ ਜੀ, ਕਿਤੇ ਨਹੀਂ ਗਿਆ। ਹਸਪੀਟਲ ਦੀ ਚੀਜ਼ ਸੀ, ਹਸਪਤਾਲ ਵਿੱਚ ਹੀ ਹੈ ਜੀ, ਕਿਤੇ ਬਾਹਰ ਨਹੀਂ ਸ਼ਫਲ ਹੋਈ। ਇੱਕ ਗੱਲ ਹੋਰ ਸਰ ਹੈਗੀ ਆ, ਉਹ ਕਹਿ ਰਹੇ ਹੈਗੇ ਨੇ ਕਿ SMO ਸਾਹਿਬ ਨੇ ਆਪਣੀ ਬਦਲੀ ਰਕਵਾਉਣ ਵਾਸਤੇ ਜਿਹੜਾ 3 ਲੱਖ ਰੁਪਇਆ ਦਿੱਤਾ, ਉਹਦੇ 2 ਲੱਖ ਰੁਪਇਆ ਉਹਨਾਂ ਨੇ ਆਪਦੇ ਕੋਲ ਦਿੱਤਾ, ਉਹ ਲੱਖ ਰੁਪਇਆ ਜਿਹੜਾ ਹੈਗਾ ਉਹ ਮਲਾਈਆਂ ਦੇ ਜੋ ਸਰ ਜਦੋਂ ਮੈਂ ਤੁਹਾਨੂੰ ਕਿਹਾ ਪਹਿਲਾਂ ਵੀ ਕਿਹਾ ਮੇਰੀ ਟ੍ਰਾਂਸਫਰ ਹੋਈ ਨਹੀਂ ਤੇ ਜੀ ਪੈਸੇ ਦਾ ਮਸਲਾ ਕਿੱਥੋਂ ਆਇਆ ਜੀ? ਇੱਕ ਹੈਂਡੀਕੈਪ ਪਰਸਨ ਦਾ ਜਿਹੜੀ ਸਰਕਾਰ ਦੀਆਂ ਗਾਈਡਲਾਈਨਸ ਮੁਤਾਬਕ ਇੱਥੇ ਬੈਠਿਆ, ਪੰਜਾਬ ਸਰਕਾਰ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਡਿਸੇਬਲ ਪਰਸਨ ਨੂੰ ਇੱਥੇ ਰੱਖਿਆ ਵਾ, ਤਾਂ ਉਹਦੀ ਬਦਲੀ ਤਾਂ ਤੁਸੀਂ ਆਪ ਦੱਸੋ। 80% ਤੋਂ ਉੱਪਰ ਮੇਰੀ ਡਿਸੇਬਿਲਟੀ ਹੈ ਜੀ। ਇਹ ਖਬਰ ਕੁਝ 5-6 ਮਹੀਨੇ ਪਹਿਲੇ ਜਾਗਰਣ 'ਤੇ ਲੱਗੀ ਸੀਗੀ, ਜਿਹਦੇ ਵਿੱਚ ਸਾਰਿਆਂ ਨੇ ਇਹ ਚੀਜ਼ ਨੂੰ ਮੰਨਿਆ ਵੀ ਹੈਗਾ ਵੀ ਭਾਈ ਸਰ ਡਾਕਟਰਾਂ ਤੋਂ ਇਹ ਪੈਸੇ ਲਿੱਤੇ ਜਾਂਦੇ ਆ। ਨਹੀਂ ਜੀ, ਕੋਈ ਨਹੀਂ, ਇਸ ਵਿੱਚ ਕੋਈ ਸੱਚਾਈ ਨਹੀਂ ਜੀ। ਕੋਈ ਵੀ ਡਾਕਟਰ ਆ ਕੇ ਕਹਿ ਦੇਵੇ ਜੀ ਪੈਸੇ ਲਏ ਜਾਂਦੇ ਆ। ਇਹ ਮੇਰਾ ਲਾਸਟ ਕੁਐਸਚਨ ਹੈ ਜੀ। ਜੀ ਵਕੀਲ ਸਾਹਿਬ, ਕਿਸ ਤਰ੍ਹਾਂ ਦੀ ਡੈਫਰਮੇਸ਼ਨ ਜਿਹੜੀ ਹੈ ਪ੍ਰਧਾਨ ਜੀ ਨੇ ਦੱਸਿਆ ਕਿ ਪਾਉਣ ਜਾ ਰਹੇ ਕਿ ਕੀ ਲੀਗਲ ਪ੍ਰੋਸੈਸ ਜਿਹੜਾ ਸ਼ੁਰੂ ਕੀਤਾ ਹੈ? ਦੇਖੋ, ਸਾਰਾ ਮਸਲਾ ਤੁਹਾਨੂੰ ਪ੍ਰਧਾਨ ਜੀ ਨੇ ਕਲੀਅਰ ਕਰਤਾ ਹੈਗਾ। ਅਸੀਂ ਜਿਹੜਾ ਹੈਗਾ ਅੰਡਰ ਸੈਕਸ਼ਨ 499 500 IPC ਦੇ ਤਹਿਤ ਜਿਹੜੀ ਹੈਗੀ ਡੈਫਾਮੇਸ਼ਨ ਜਿਹੜੀ ਹੈਗੀ ਆ ਉਹਦਾ ਅਸੀਂ ਲੀਗਲ ਨੋਟਿਸ ਅੱਜ ਜਿਹੜਾ ਹੈਗਾ
ਲੱਖਾ ਸਿਧਾਣਾ ਨੂੰ ਤੇ ਮਹਿੰਦਰਪਾਲ ਲੂੰਬਾ ਨੂੰ ਦਿੱਤਾ ਹੈਗਾ। ਇਹਦੀਆਂ ਕਾਪੀਆਂ ਤੁਹਾਨੂੰ ਅਸੀਂ ਪ੍ਰੋਵਾਈਡ ਕਰ ਦਿਆਂਗੇ। ਇਹਦੇ ਤਹਿਤ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ 2 ਕਰੋੜ ਦੀ ਡੈਫਾਮੇਸ਼ਨ ਕਲੇਮ ਕੀਤੀ, ਜਿਹੜੀ ਕਿ ਅਸੀਂ ਹਾਈਲੀ ਕੰਡੈਮਡ ਕੀਤੀ ਹੈਗੀ ਆ ਵੀ ਜਿਹੜੇ ਇਹਨੇ ਬੋਗਸ ਐਲੀਗੇਸ਼ਨ ਲਾਏ ਆ ਵਿਦਾਊਟ ਜਿਹੜਾ ਹੈਗਾ ਇੱਕ ਪੁਖਤਾ ਚੀਜ਼ਾਂ ਤੋਂ ਬਿਨਾਂ ਲਾਏ ਹੈਗੇ ਆ। ਈਵਨ ਕਿ ਜਿਹੜੀ ਹੈਗੀ ਸਿਵਲ ਸਰਜਨ ਦੀ ਤੁਸੀਂ ਰਿਪੋਰਟ ਵੀ ਦੇਖੋਗੇ, ਇਹਦੀ ਇੱਕ ਜਿਹੜੀ ਹੈਗੀ ਕਮੇਟੀ ਕਨਸਟੀਟਿਊਟ ਹੋਈ ਸੀ ਜਿਹਦੇ ਵਿੱਚ ਕਿ ਉਹ ਜਿਹੜੇ ਏਸੀਆਂ ਦੀ ਰਿਪੋਰਟ ਹੈਗੀ ਆ ਉਹਨਾਂ ਨੇ ਕੀਤੀ ਹੈਗੀ ਆ ਵੀ ਇਹ ਜਿਹੜੇ ਹੈਗੇ ਏਸੀ ਆਲਰੇਡੀ ਉੱਥੇ ਇੰਸਟਾਲਡ ਹੈਗੇ ਆ। ਸੋ ਅਸੀਂ ਜਿਹੜਾ ਹੈਗਾ ਜਿਹੜਾ ਲੀਗਲ ਪ੍ਰੋਸੀਜਰ ਜਿਹੜਾ ਹੈਗਾ ਅਸੀਂ ਫੋਲੋ ਕੀਤਾ ਹੈਗਾ। ਡਾਕਟਰ ਸਾਹਿਬ ਵੱਲੋਂ ਅਸੀਂ ਜਿਹੜਾ MLA ਸਾਹਿਬ ਵੱਲੋਂ ਅਸੀਂ ਜਿਹੜਾ ਹੈਗਾ ਵੀ ਇਹਨਾਂ ਦੀ ਇਮੇਜ ਇਹਨੇ ਜਿਹੜੀ ਹੈਗੀ ਆ ਡੈਮੇਜ ਕੀਤੀ ਹੈਗੀ ਆ। ਇਹ ਜ਼ਰੂਰੀ ਨਹੀਂ ਕਿ ਉਹ ਫੇਸਬੁੱਕ ਜਾਂ ਉਹਦੇ 'ਤੇ ਕੀਤੀ ਹੈਗੀ ਆ, ਇਹ ਲੋਕਾਂ ਦੇ ਜ਼ਿਹਨ 'ਚ ਵੀ ਇਹਨੇ ਗੱਲ ਜਿਹੜੀ ਹੈਗੀ ਆ ਵੀ ਇਹ ਡਿਫੇਮ ਕੀਤਾ ਹੈਗਾ। ਮੈਂ ਜਿਹੜਾ ਇਹਦੇ ਵਿੱਚ ਇੱਕ ਚੀਜ਼ ਕਹਿਣਾ ਚਾਹੁੰਦਾ ਵੀ ਕੋਈ ਵੀ ਜਿਹੜਾ ਹੈਗਾ ਇਨਸਾਨ ਜਿੰਨਾ ਚਿਰ ਇਹ ਕਲੈਰੀਫਾਈ ਨਾ ਹੋਵੇ ਇਸ ਚੀਜ਼ ਨੂੰ ਕਿਸੇ ਵੀ ਤਰ੍ਹਾਂ ਨਾਲ ਕੋਈ ਕਮੈਂਟ ਗਲਤ ਨਾ ਕਰੇ, ਨਹੀਂ ਤਾਂ ਅਸੀਂ ਉਹਦੇ ਖਿਲਾਫ ਵੀ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਇਸ ਤਰੀਕੇ ਨਾਲ ਕਰਾਂਗੇ। ਧੰਨਵਾਦ। ਕੀ ਐਲੀਗੇਸ਼ਨ ਲੱਗਾ ਜੀ ਇਹਨਾਂ ਨੂੰ ਜਿਹੜਾ ਇਹਦੇ ਵਿੱਚ ਮੇਨ ਤਾਂ ਸਰ ਇੱਕ ਜਿਹੜਾ ਹੈਗਾ ਲੱਖਾ ਸਿਧਾਣਾ ਨੇ ਆਪਦੇ ਫੇਸਬੁੱਕ ਦੇ ਉੱਪਰ ਇੱਕ ਕੋਹੇਨੂਰ ਹੋਰ ਲੱਭਿਆ, ਉਹਨੇ ਇੱਕ ਪੋਸਟ ਪਾਈ ਹੈਗੀ ਆ MLA ਸਾਹਿਬ ਦੇ ਖਿਲਾਫ। ਅਸੀਂ ਉਹਦੇ ਲਈ ਕੰਡੈਮਡ ਕੀਤਾ ਹੈਗਾ। ਮੋਰ ਓਵਰ ਜਿਹੜੇ ਕਿ ਲੂੰਬਾ ਜੀ ਨੇ ਜਿਹੜੇ ਹੈਗੇ ਆ ਲਾਏ ਐਲੀਗੇਸ਼ਨ ਉਹਦਾ ਨਾਲ ਰਿਲੇਟਡ ਜਿਹੜੇ ਫੇਸਬੁੱਕ ਤੇ ਜਾਂ ਇੱਕ ਚੈਨਲਸ ਦੇ ਉੱਪਰ ਜਿਹੜਾ ਹੈਗਾ ਏਸੀਆਂ ਦੇ ਬਾਰੇ ਕਿਹਾ ਜਿਹੜਾ ਹੈਗਾ ਉਹਦੇ ਨਾਲ ਅਸੀਂ ਇਹਨੂੰ ਕੰਡੈਮਡ ਕੀਤਾ ਕਿ ਇਹਦੇ ਨਾਲ ਜਿਹੜਾ ਹੈਗਾ ਡਾਕਟਰ ਸਾਹਿਬ ਦਾ ਕੋਈ ਸੰਬੰਧ ਨਹੀਂ ਹੈਗਾ। ਮੋਰ ਓਵਰ ਉਹਨੇ ਇਹਨੂੰ ਡਿਫੇਮ ਕੀਤਾ ਹੈਗਾ ਚੀਜ਼ ਨੂੰ ਲੈ ਕੇ ਜਿਹੜਾ ਹੈਗਾ MLA ਸਾਹਿਬ ਦੀ ਇਮੇਜ ਜਿਹੜੀ ਹੈਗੀ ਆ ਲੋਕਾਂ ਦੀ ਨਿਗਾਹ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਪਹਿਲਾਂ ਤਾਂ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੇ ਇੱਕ ਬਹੁਤ ਹੀ ਸ਼ਾਰਟ ਨੋਟਿਸ 'ਤੇ ਤੁਸੀਂ ਸਾਰੇ ਮੀਡੀਆ ਵਾਲੇ ਭਰਾ ਇੱਥੇ ਪਹੁੰਚੇ ਨੇ। ਇੱਕ ਜਿਹੜਾ ਮੋਗੇ ਦੇ ਵਿੱਚ ਪਿਛਲੇ ਦਿਨਾਂ ਤੋਂ ਇੱਕ ਅਨਨੈਸੈਸਰੀ ਜਾਂ ਕੰਟਰੋਵਰਸੀ ਚੱਲ ਰਹੀ ਹੈ ਇੱਕ ਟਰਾਂਸਫਰ ਨੂੰ ਲੈ ਕੇ, ਜਿਹੜੀ ਕਿ ਸਰਦਾਰ ਮਹਿੰਦਰਪਾਲ ਸਿੰਘ ਲੂੰਬਾ ਜੀ ਦੀ ਟਰਾਂਸਫਰ ਹੋਈ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੀ ਪਿਛਲੀ ਗਵਰਨਮੈਂਟ 'ਚ ਕਾਂਗਰਸ ਗਵਰਨਮੈਂਟ ਦੇ ਵਿੱਚ ਵੀ ਇਹਨਾਂ ਦੀ ਟਰਾਂਸਫਰ ਹੋ ਗਈ ਸੀ ਅਤੇ ਜਦੋਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਤੇ ਇਹਨਾਂ ਨੇ ਸਾਡੇ ਲੀਡਰਸ ਨੂੰ ਅਪਰੋਚ ਕੀਤਾ ਕਿ ਮੈਨੂੰ ਜਿਹੜਾ ਦੁਬਾਰਾ ਮੈਨੂੰ ਇਨਕਨਵੀਨੀਅੰਸ ਹੈ ਮੈਨੂੰ ਦੂਰ ਜਾਣ 'ਚ ਅਤੇ ਮੈਨੂੰ ਦੁਬਾਰਾ ਮੋਗਾ ਹੀ ਟਰਾਂਸਫਰ ਕਰਵਾਇਆ ਜਾਵੇ। ਅਤੇ ਸਾਡੇ ਜਿਹੜੇ ਲੀਡਰਸ ਨੇ ਉਹਨਾਂ ਨੇ ਐਫਰਟਸ ਕਰਕੇ ਜਿਹਦੇ ਵਿੱਚ ਅਸੀਂ ਸਾਰੇ ਸੀ, ਸਾਡੇ MLA ਮੋਗਾ ਸੀ, ਹੋਰ ਵੀ ਸਾਡੇ ਜਿੰਨੇ ਸੀਗੇ ਸਾਰੇ ਕੁਲਤਾਰ ਸੰਧਵਾਂ ਜੀ ਸੀ, ਉਹਨਾਂ ਨੇ ਐਫਰਟ ਕਰਕੇ ਇਹਨਾਂ ਦੀ ਜਿਹੜੀ ਦੁਬਾਰਾ ਬਦਲੀ ਹੈ ਉਹ ਮੋਗਾ ਦੀ ਕਰਵਾਈ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਦੋਂ ਜਦੋਂ ਇਹਨਾਂ ਦੀ ਟਰਾਂਸਫਰ ਹੋ ਕੇ ਦੁਬਾਰਾ ਮੋਗਾ ਆਏ ਨੇ ਅਤੇ ਇਹਨਾਂ ਨੇ ਉਦੋਂ ਸਾਡੇ ਲੀਡਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਜਿਹਦੇ ਦੀਆਂ ਇਹਨਾਂ ਦੀਆਂ ਫੇਸਬੁੱਕ 'ਤੇ ਇਹਨਾਂ ਦੀਆਂ ਪੋਸਟ ਪਈਆਂ ਨੇ ਅਤੇ ਇਹਨਾਂ ਨੇ ਅਖਬਾਰਾਂ ਵਿੱਚ ਵੀ ਨਿਊਜ਼ ਲੱਗੀਆਂ ਅਤੇ ਇਹਨਾਂ ਨੇ ਬੜਾ ਧੰਨਵਾਦ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਕਿ ਸਾਨੂੰ ਦੁਬਾਰਾ ਮੋਗਾ ਲੈ ਕੇ ਆਏ ਨੇ। ਅਤੇ ਪਿਛਲੇ ਕੁਛ ਦਿਨਾਂ ਤੋਂ ਹੁਣ ਇਹਨਾਂ ਦੀ ਦੁਬਾਰਾ ਟਰਾਂਸਫਰ ਹੈ ਜਿਹੜੀ ਉਹ ਡਿਪਾਰਟਮੈਂਟ ਦੇ ਆਮ ਹਰ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਟਰਾਂਸਫਰਸ ਉਹ ਹੁੰਦੀਆਂ ਰਹਿੰਦੀਆਂ ਨੇ, ਇਹ ਰੈਗੂਲਰ ਪ੍ਰੋਸੀਜਰ ਹੈ, ਪਾਰਟ ਆਫ ਜੋਬ ਹੈ। ਅਤੇ ਇਹਨਾਂ ਦੀ ਫਿਰ ਜਦੋਂ ਟਰਾਂਸਫਰ ਹੋਈ ਅਤੇ ਇਹਨਾਂ ਨੇ ਦੁਬਾਰਾ ਚਲੋ ਇਹਨਾਂ ਨੇ ਮੈਨੂੰ ਵੀ ਅਪਰੋਚ ਕੀਤਾ। ਮੈਂ ਤੁਹਾਨੂੰ ਇਹਨਾਂ ਦੇ ਇੱਕ ਸਕਰੀਨਸ਼ਾਟ ਦੇਵਾਂਗਾ। ਇਹਨਾਂ ਨੇ ਮੈਨੂੰ ਇੱਕ ਦੋਸ਼ ਲਗਾਏ ਕਿ ਮੈਂ ਇੱਥੇ ਕੋਈ ਬਲੱਡ ਕੈਂਪ ਸੀ, ਉਹਦੇ ਉੱਪਰ ਇਹਨਾਂ ਨੇ MLA ਸਾਹਿਬ ਨੂੰ ਨਹੀਂ ਬੁਲਾਇਆ ਅਤੇ ਇਸ ਗੁੱਸੇ 'ਚ ਜਿਹੜੇ ਸਾਡੇ ਲੋਕਲ MLA ਨੇ ਉਹਨਾਂ ਨੇ ਇਹਨਾਂ ਦੀ ਟਰਾਂਸਫਰ ਹੈ ਜਿਹੜੀ ਉਹ ਸ਼ੁਤਰਾਣੇ ਕਰਵਾ ਦਿੱਤੀ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਇਹਨਾਂ ਨਾਲ ਫੋਨ 'ਤੇ ਗੱਲ ਹੋਈ, ਇਹਨਾਂ ਨੇ ਮੈਨੂੰ ਮੈਸੇਜ ਭੇਜੇ ਕਿ ਦੇਖੋ ਇਹ ਜਿਹੜੀ ਮੇਰੀ ਟਰਾਂਸਫਰ ਤਾਂ ਹੋ ਗਈ ਹੈ ਪਰ ਤੁਸੀਂ ਮੈਨੂੰ ਰਿਲੀਵ ਹੋਣ ਤੋਂ ਰੁਕਵਾਓ। ਜੇ ਤੁਸੀਂ ਮੈਨੂੰ ਰਿਲੀਵ ਹੋਣ ਤੋਂ ਨਹੀਂ ਰੁਕਵਾਉਂਦੇ ਤਾਂ ਮੈਂ ਇਹ ਆਪਣਾ ਟਕਰਾਅ ਵਧੇਗਾ, ਅਸੀਂ ਪ੍ਰੋਟੈਸਟ ਕਰਾਂਗੇ। ਮੈਂ ਲੂੰਬਾ ਜੀ ਨੂੰ ਪੁੱਛਣਾ ਚਾਹੁੰਦਾ ਵੀ ਇੱਕ ਟਰਾਂਸਫਰ ਤਾਂ ਜਿੰਨੇ ਵੀ ਆਪਣੇ ਕਿੰਨੇ ਸਰਕਾਰੀ ਅਧਿਕਾਰੀ ਨੇ, ਜੇ ਹਰ ਅਧਿਕਾਰੀ ਆਪਦੀ ਟਰਾਂਸਫਰ ਹੋਣ 'ਤੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦੂਗਾ ਤਾਂ ਫਿਰ ਇੱਕ ਸਰਕਾਰ ਕਿਵੇਂ ਚੱਲੂਗੀ, ਕਿਵੇਂ ਲੋਕ ਆਪਦੀ ਡਿਊਟੀ ਪੂਰੀ ਕਰਨਗੇ। ਫਿਰ ਉਸ ਤੋਂ ਅੱਗੇ ਕੀ ਹੋਇਆ, ਪਹਿਲਾਂ ਤਾਂ ਇਹਨਾਂ ਨੇ ਦੋਸ਼ ਲਾਇਆ ਕਿ ਮੈਨੂੰ ਬਲੱਡ ਕੈਂਪ 'ਤੇ ਨਹੀਂ ਬੁਲਾਇਆ ਗਿਆ। ਚਲੋ ਉਸ ਤੋਂ ਬਾਅਦ ਜਿਵੇਂ ਜਿਵੇਂ ਦਿਨ ਲੰਘਦੇ ਗਏ ਫਿਰ ਇਹਨਾਂ ਦੀਆਂ ਜਿਹੜੀਆਂ ਸਟੇਟਮੈਂਟਸ ਆ ਉਹ ਚੇਂਜ ਹੁੰਦੀਆਂ ਗਈਆਂ। ਫਿਰ ਇਹਨਾਂ ਨੇ ਕਿਹਾ ਕਿ ਮੈਨੂੰ ਇੱਥੇ ਜਿਹੜੀ ਕਰਪਸ਼ਨ ਹੈ, ਮੈਂ ਕਰਪਸ਼ਨ ਦੇ ਅਗੇਂਸਟ ਬੜਾ ਬੋਲਦਾ ਸੀ, ਮੇਰੀ ਇਸ ਕਰਕੇ ਟਰਾਂਸਫਰ ਹੋਈ ਹੈ। ਉਹਨਾਂ ਦੀ ਉਹਨਾਂ ਦੀ ਕੋਈ ਲਾਈਨ ਹੈ ਉਹ ਕੰਸਿਸਟੈਂਟ ਨਹੀਂ ਹੈਗੀ, ਉਹ ਹਰ ਵਾਰ ਆਪਦਾ ਜਿਹੜਾ ਬਿਆਨ ਹੈ ਉਹ ਬਦਲ ਦਿੰਦੇ ਨੇ। ਫਿਰ ਇਹਨਾਂ ਨੇ ਸਾਡੀ ਲੋਕਲ MLA ਉੱਪਰ ਜਾਂ ਉੱਥੇ ਸਟਾਫ ਦੇ ਉੱਪਰ ਵੀ ਇਹਨਾਂ ਨੇ ਕਰਪਸ਼ਨ ਦੇ ਚਾਰਜਿਸ ਲਗਾਉਣੇ ਸ਼ੁਰੂ ਕਰਤੇ। ਇਹਨਾਂ ਨੇ 2-3 ਚਾਰਜਿਸ ਲਗਾਏ ਨੇ ਕਿ ਇੱਕ ਤਾਂ ਕੋਈ ਇਹਨਾਂ ਨੇ ਕਿਹਾ ਕਿ ACs ਹੈ ਜਿਹੜੇ ਉਹ ਸਾਡੇ ਦਫ਼ਤਰ ਲੱਗੇ ਹੋਏ ਨੇ ਜਾਂ ਜਿਹੜੇ ਸਾਡੇ MLA ਉਹਨਾਂ ਦੇ ਘਰ ਲੱਗੇ ਨੇ, ਉਹਦੇ ਵਿੱਚ ਵੀ ਇਹ ਕੰਸਿਸਟੈਂਟ ਨਹੀਂ ਹੈਗੇ ਕਿਉਂਕਿ ਇਹਨਾਂ ਨੇ ਕਿਹਾ ਕਿ ਪਹਿਲੇ ਦਿਨ ਇਹਨਾਂ ਨੇ ਜਿਹੜਾ ਨਛੱਤਰ ਸਿੰਘ ਹਾਲ ਵਿੱਚ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ 4 AC ਨੇ ਜਿਹੜੇ 3 ਉਹਨਾਂ ਦੇ ਘਰ ਲੱਗੇ ਨੇ ਅਤੇ 1 ਸਾਡੇ ਦਫ਼ਤਰ ਲੱਗਿਆ। ਫਿਰ ਉਸ ਤੋਂ ਅਗਲੇ ਦਿਨ ਇਹਨਾਂ ਨੇ ਕਿਸੇ TV ਚੈਨਲ ਨੂੰ ਜਿਹੜੀ ਇੰਟਰਵਿਊ ਦਿੱਤੀ ਉਹਦੇ 'ਚ ਇਹਨਾਂ ਨੇ ਕਿਹਾ ਕਿ ਜਿਹੜਾ 3 AC ਨੇ ਜਾਂ ਫਿਰ ਇਹ ਕਹਿੰਦੇ ਕਿ ਸਾਨੂੰ ਜੋ ਗੱਲਾਂ ਸੁਣਨ ਦੇ ਆਧਾਰ 'ਤੇ ਸਾਨੂੰ ਆਉਂਦੀਆਂ ਸੀ ਉਸ ਆਧਾਰ 'ਤੇ ਬੋਲਦੇ ਹਾਂ। ਮੈਂ ਲੂੰਬਾ ਜੀ ਨੂੰ ਪੁੱਛਣਾ ਚਾਹੁੰਦਾ ਵੀ ਲੂੰਬਾ ਜੀ ਐਵੇਂ ਤਾਂ ਆਪਾਂ ਨੂੰ ਬਿਨਾਂ ਬੇਬੁਨਿਆਦੀਆਂ ਗੱਲਾਂ ਤਾਂ ਆਪਾਂ ਕਿਸੇ 'ਤੇ ਦੋਸ਼ ਲਾਉਣ ਲਈ ਇਹ ਆਧਾਰ ਨਹੀਂ ਬਣਾ ਸਕਦੇ ਕਿ ਮੈਂ ਕਿਤੋਂ ਇਹ ਗੱਲ ਸੁਣੀ ਹੈ। ਫਿਰ ਇਹਨਾਂ ਨੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਆਪਦੀ ਚੀਜ਼ ਨੂੰ ਜਿਹੜੀ ਇਹਨਾਂ ਦੀ ਗੱਲ ਉਹਨੂੰ ਸਪੋਰਟ ਕਰ ਲਈ। ਇਹਨਾਂ ਨੇ ਇੱਕ ਬਿੱਲ ਲਿਆਂਦੇ ਕਿ ਆਹ 4 ਬਿੱਲ ਨੇ, ਇਹ ਜਿਹੜੇ AC ਨੇ ਇਹ ਹਸਪੀਟਲ ਵਿੱਚ ਹੈ ਨਹੀਂ ਗੇ, ਜਿਹਦੀਆਂ ਮੈਂ ਤੁਹਾਨੂੰ ਕਾਪੀ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਇਹਨਾਂ ਨੇ ਕਿਹਾ ਕਿ ਇਹ ਜਿਹੜੇ
ਆਪਣੇ ਏਸੀਜ਼ ਨੇ ਇਹ ਜਾਂ ਮੈਡਮ ਦੇ ਘਰ ਨੇ ਜਾਂ ਸਾਡੇ ਦਫ਼ਤਰ ਨੇ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਨਾਂ ਨੇ ਵੀ ਮੰਗ ਕੀਤੀ ਪ੍ਰਸ਼ਾਸਨ ਤੋਂ ਕਿ ਇਹ ਚੀਜ਼ ਦੀ ਇਨਕੁਆਇਰੀ ਕੀਤੀ ਜਾਵੇ, ਜਿਹਦੇ 'ਤੇ ਫਿਰ ਅਸੀਂ ਵੀ ਕਿਹਾ, ਸਾਡੀ ਹਾਈ ਕਮਾਂਡ ਨੇ ਕਿਹਾ, ਤੇ ਆਪਣੇ ਸਾਡੇ ਲੀਡਰ ਸਾਹਿਬਾਨਾਂ ਨੇ ਕਹਿ ਕੇ ਜਿਹੜੇ ਆਪਣੇ ਇੱਥੇ ਮੋਗਾ ਦੇ CMO ਨੇ ਡਾਕਟਰ ਦਵਿੰਦਰ ਅਤਰੀ, ਉਹਨਾਂ ਨੇ ਇੱਕ ਕਮੇਟੀ ਬਣਾਈ 4 ਮੈਂਬਰੀ ਕਿ ਜਿਹੜੀ ਇਹ ਫੈਕਟ ਫਾਈਂਡ ਕਰੂਗੀ ਕਿ ਜਿਹੜੇ AC ਨੇ ਉਹ ਵਾਕਈ ਹਸਪੀਟਲ ਦੇ ਵਿੱਚ ਹੈਗੇ ਨੇ ਜਾਂ ਕਿਤੇ ਹੋਰ ਨੇ। ਤਾਂ ਉਹਨਾਂ ਨੇ ਇੱਕ ਰਿਪੋਰਟ ਆ, ਉਹ ਤੋਂ ਅਸੀਂ ਤੁਹਾਡੇ ਨਾਲ ਰਿਪੋਰਟ ਵੀ ਸਾਂਝੀ ਕਰਾਂਗੇ। ਉਹਨਾਂ ਨੇ ਇੱਕ ਰਿਪੋਰਟ ਦਿੱਤੀ ਉਹ 4 ਮੈਂਬਰੀ ਕਮੇਟੀ ਨੇ ਕਿ ਜਿਹੜੇ ACs ਨੇ ਉਹ ਜਿਹੜੇ ਬਿੱਲ ਇਹਨਾਂ ਨੇ ਦਿੱਤੇ ਨੇ ਉਹ ਸਾਰੇ AC ਉਹਨਾਂ ਦੇ ਸੀਰੀਅਲ ਨੰਬਰ ਤੇ ਉਹ ਸਾਰੇ ਹਸਪੀਟਲ ਦੇ ਵਿੱਚ ਲੱਗੇ ਹੋਏ ਨੇ। ਮੈਂ ਤੁਹਾਨੂੰ ਇੱਕ ਹੋਰ ਮੀਡੀਆ ਵਾਲੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਸਾਰੇ ਆਪਣੇ ਤੌਰ ਤੇ ਗਰਾਊਂਡ ਜ਼ੀਰੋ ਤੇ ਜਾ ਕੇ ਇਸ ਚੀਜ਼ ਦੀ ਇਨਕੁਆਇਰੀ ਕਰੋ, ਪੁਸ਼ਟੀ ਕਰੋ ਕਿ ਤੁਹਾਨੂੰ ਜੇ ਦੇਖੋ ਕਿ ਉੱਥੇ ਜਿਹੜੀ ਰਿਪੋਰਟ ਤਾਂ ਚਲੋ ਜਿਹੜੀ ਕੁਝ ਦੇਖ ਰਹੀ ਹੈ, ਤੁਸੀਂ ਵੀ ਆਪਣੇ ਤੌਰ ਤੇ ਜਾ ਕੇ ਇਸ ਚੀਜ਼ ਨੂੰ ਕਨਫਰਮ ਕਰੋ ਕਿ ਉਹ ਜਿਹੜੇ ਆਪਣੇ ACs ਨੇ ਉਹ ਹਸਪੀਟਲ ਵਿੱਚ ਲੱਗੇ ਹੋਏ ਨੇ ਜਾਂ ਨਹੀਂ ਹੋਏ। ਤੇ ਇਹ ਚੀਜ਼ਾਂ ਮੈਂ ਇੱਕ ਲੂੰਬਾ ਜੀ ਨੂੰ ਹੋਰ ਕਹਿਣਾ ਚਾਹੁੰਦਾ ਕਿ ਦੇਖੋ ਠੀਕ ਹੈ, ਜੇ ਤੁਹਾਡੀ ਟ੍ਰਾਂਸਫਰ ਹੋ ਗਈ, ਤੁਹਾਨੂੰ ਇਨਕਨਵੀਨੀਅੰਸ ਹੋਈ, ਮੈਂ ਦੱਸਦਾ ਕਿ ਇਹਨਾਂ ਨੇ ਪਿਛਲੀ ਅਕਾਲੀ ਗਵਰਨਮੈਂਟ ਵਿੱਚ ਵੀ ਜਦੋਂ ਇਹਨਾਂ ਦੀ ਟ੍ਰਾਂਸਫਰ ਹੋਈ ਉਦੋਂ ਵੀ ਇਹਨਾਂ ਨੇ ਪ੍ਰੋਟੈਸਟ ਕੀਤਾ। ਫਿਰ ਉਸ ਤੋਂ ਬਾਅਦ ਜਦੋਂ ਕਾਂਗਰਸ 'ਚ ਇਹਨਾਂ ਦੀ ਬਦਲੀ ਹੋਈ, ਮੇਰੇ ਖਿਆਲ ਮੈਂ ਸ਼ਾਇਦ ਪਟਿਆਲੇ ਕੋਲ ਕਿਤੇ ਹੋਈ ਸੀ, ਉਹ ਜਦੋਂ ਇਹਨਾਂ ਨੂੰ ਅਸੀਂ ਵਾਪਸ ਲੈ ਕੇ ਉਦੋਂ ਵੀ ਇਹਨਾਂ ਨੇ ਪ੍ਰੋਟੈਸਟ ਕੀਤਾ। ਇਹਨਾਂ ਦੀ ਹੁਣ ਬਦਲੀ ਹੋਈ ਹੈ, ਹੁਣ ਵੀ ਇਹ ਪ੍ਰੋਟੈਸਟ ਕਰਦੇ ਆ। ਇਹ ਦੇਖੋ ਆਪਾਂ ਸਰਕਾਰ ਨੂੰ ਜਾਂ ਲੀਡਰਾਂ ਨੂੰ ਇਸ ਚੀਜ਼ 'ਤੇ ਬਲੈਕਮੇਲ ਕਰੀਏ ਕਿ ਮੇਰੀ ਟ੍ਰਾਂਸਫਰ ਨਹੀਂ ਹੋਣੀ ਚਾਹੀਦੀ। ਦੇਖੋ ਟ੍ਰਾਂਸਫਰ ਇੱਕ ਪਾਰਟ ਆਫ ਜੋਬ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਡਿਪਾਰਟਮੈਂਟ ਵਿੱਚ ਟ੍ਰਾਂਸਫਰਸ ਹੁੰਦੀਆਂ ਰਹਿੰਦੀਆਂ। ਤੇ ਇਹ ਕੀ ਹੈ ਅਸਲ ਵਿੱਚ ਕਾਰਨ ਇਹ ਹੈ ਕਿ ਇਹ 15-16 ਸਾਲ ਤੋਂ ਮੋਗਾ ਦੇ ਵਿੱਚ ਹੀ ਸਟੇਸ਼ਨਡ ਨੇ। ਇਹ ਇੱਥੇ ਡਿਊਟੀ ਘੱਟ ਕਰਦੇ ਨੇ, ਰਾਜਨੀਤੀ ਜ਼ਿਆਦਾ ਕਰਦੇ ਨੇ। ਇਸੇ ਲਈ ਇਹਨਾਂ ਨੂੰ ਇਹ ਲੱਗਦਾ ਕਿ ਮੈਂ ਤਾਂ ਇੱਥੇ ਰਾਜਨੀਤੀ ਕਰ ਰਿਹਾ। ਇਹਨਾਂ ਦੇ ਪੋਲੀਟੀਕਲ ਐਂਬੀਸ਼ਨਸ ਹੋਣਗੇ, ਹੋ ਸਕਦਾ ਕਿ ਮੈਨੂੰ ਮੈਂ ਇਹ ਵੀ ਗੱਲ ਦਾਅਵੇ ਨਾਲ ਕਹਿ ਸਕਦਾ 2017 ਦੇ ਵਿੱਚ ਵੀ ਆਮ ਆਦਮੀ ਪਾਰਟੀ ਤੋਂ ਟਿਕਟ ਚਾਹੁੰਦੇ ਸੀ, 2022 ਦੇ ਵਿੱਚ ਵੀ ਮੈਂ ਇਹਨਾਂ ਨਾਲ ਮੀਟਿੰਗ ਕੀਤੀ, ਉਦੋਂ ਵੀ ਸਾਡੇ ਤੋਂ ਟਿਕਟ ਚਾਹੁੰਦੇ ਸੀ। ਜੇ ਇਹਨਾਂ ਨੇ ਰਾਜਨੀਤੀ ਕਰਨੀ ਹੈ ਤਾਂ ਆਪਣੀ ਨੌਕਰੀ ਛੱਡ ਕੇ ਰਾਜਨੀਤੀ ਕਰਨ। ਰਾਜਨੀਤੀ ਕਰਨ ਦਾ ਹਰ ਇਨਸਾਨ ਨੂੰ ਹੱਕ ਹੈ। ਹਿੰਦੁਸਤਾਨ ਇੱਕ ਲੋਕਤੰਤਰਿਕ ਦੇਸ਼ ਹੈ, ਪਰ ਇਹ ਹੈ ਕਿ ਆਪਾਂ ਡਿਊਟੀ ਤੇ ਰਹਿੰਦੇ ਹੋਏ ਰਾਜਨੀਤੀ ਨਾ ਕਰੀਏ। ਡਿਊਟੀ ਤੇ ਰਹਿੰਦੇ ਹੋਏ ਆਪਾਂ, ਕਿਉਂਕਿ ਆਪਾਂ ਤਨਖਾਹ ਲੈਂਦੇ ਹਾਂ, ਸਾਨੂੰ ਆਪਦੇ ਕੰਮ ਨਾਲ ਆਪਦੀ ਡਿਊਟੀ ਨਾਲ ਇਨਸਾਫ ਕਰਨਾ ਚਾਹੀਦਾ ਤੇ ਇਹੋ ਜਿਹੇ ਬਲੈਕਮੇਲਿੰਗ ਵਾਲੇ ਟੈਕਟਿਕਸ ਨਹੀਂ ਵਰਤਣੇ ਚਾਹੀਦੇ ਕਿ ਜੇ ਮੇਰੀ ਬਦਲੀ ਹੋ ਗਈ ਤਾਂ ਜੀ ਮੈਂ ਆਹ ਕਰੂੰਗਾ, ਮੈਂ ਉਹ ਕਰੂੰ। ਇਹ ਸ਼ੋਭਾ ਨਹੀਂ ਦਿੰਦਾ। ਤੇ ਇੱਕ ਤੁਸੀਂ ਇੱਕ MLA ਸਾਡੇ ਲੋਕਲ ਲੇਡੀ MLA ਨੇ, ਤੁਸੀਂ ਉਹਨਾਂ ਉੱਪਰ ਇਹੋ ਜਿਹੇ ਦੋਸ਼ ਲਾ ਰਹੇ ਹੋ ਬੇਬੁਨਿਆਦ ਕਿ ਜੀ AC ਲੈ ਕੇ ਚਲੇ ਗਏ, ਇਹ ਚਲੇ ਗਏ। ਤੁਸੀਂ ਇੱਕ ਆਪਾਂ ਸਮਾਜ ਦੇ ਵਿੱਚ ਰਹਿੰਦੇ, ਆਪਾਂ ਨੂੰ ਲੇਡੀਜ਼ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮੈਂ ਕਹਿੰਦਾ ਕਿ ਉਹ ਨੀਵੇਂ ਪੱਧਰ ਤੇ ਆ ਕੇ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਬੇਬੁਨਿਆਦ ਰੋਜ਼ ਨਵੇਂ ਆਰੋਪ ਲਾ ਰਹੇ ਹੋ। ਫਿਰ ਤੁਸੀਂ ਇੱਥੋਂ ਤੱਕ ਕਿ ਮੈਨੂੰ ਇਹਨਾਂ ਨੇ ਇੱਕ ਵਾਰ ਜਦੋਂ ਇਹ ਗੱਲ ਚੱਲੀ, ਇਹਨਾਂ ਨੇ ਮੇਰੇ ਵੀ ਉਲਟ ਇੱਕ ਪੋਸਟ ਪਾਈ। ਇਹਨਾਂ ਨੇ ਪੋਸਟ ਵਿੱਚ ਕਿਹਾ ਕਿ ਇਹਨੂੰ ਵੀ ਹਰਾਮ ਦੀ ਕਮਾਈ ਵਿੱਚੋਂ ਵੋਟੀਆਂ ਜਾਂਦੀਆਂ, ਉਹਦਾ ਵੀ ਮੈਂ ਤੁਹਾਡੇ ਨਾਲ ਸਕਰੀਨਸ਼ਾਟ ਸ਼ੇਅਰ ਕਰਦਾ। ਚਲੋ ਸਾਡਾ ਕੋਈ ਕਾਮਨ ਫਰੈਂਡ ਹੈ, ਕਿਉਂਕਿ ਲੂੰਬਾ ਜੀ ਮੈਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ। ਮੈਂ ਲੂੰਬਾ ਜੀ ਨੂੰ ਕਿਹਾ, ਮੈਂ ਕਿਹਾ ਲੂੰਬਾ ਜੀ ਵੀ ਤੁਹਾਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ, ਤੁਸੀਂ ਮੇਰੇ ਤੇ ਡਾਇਰੈਕਟ ਅਟੈਕ ਕਰ ਰਹੇ ਹੋ ਤੇ ਫਿਰ ਇਹ ਤੁਹਾਡੇ ਵਾਸਤੇ ਇਹ ਠੀਕ ਨਹੀਂ ਰਹਿਣਾ। ਤੇ ਉਹ ਲੂੰਬਾ ਜੀ ਉਸ ਪੋਸਟ ਨੂੰ ਡਿਲੀਟ ਕਰ ਗਏ। ਫਿਰ ਇਹ ਕੀ ਹੈ, ਉਹ ਜੇ ਸਾਡੇ ਜਿਹੜੇ MLA ਜੋ ਇੱਕ ਲੇਡੀ ਹੈ, ਤਾਂ ਜੇ ਉਹ ਇਹਨਾਂ ਨੂੰ ਲੱਗਦਾ ਕਿ ਉਹ ਸ਼ਾਇਦ ਮੇਰੇ ਨਾਲ ਉਸ ਤਰੀਕੇ ਨਾਲ ਲੜ ਨਹੀਂ ਸਕਦੇ, ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਲੂੰਬਾ ਜੀ ਨੂੰ ਇਹ ਇੱਕ ਇਨਸਾਨ, ਇੱਕ ਜ਼ਿੰਮੇਵਾਰ ਇਨਸਾਨ ਹੋਣ ਦੇ ਨਾਤੇ, ਜੋ ਕਿ ਆਪਦੇ ਆਪ ਨੂੰ ਉਹ ਸਮਾਜ ਸੇਵੀ ਵੀ ਕਲੇਮ ਕਰਦੇ ਨੇ, ਤੇ ਉਹਨਾਂ ਨੂੰ ਇਹ ਚੀਜ਼ਾਂ ਸ਼ੋਭਾ ਦਿੰਦੀਆਂ। ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ ਤੁਸੀਂ ਜੇ ਜੌਬ ਕਰਨੀ ਹੈ ਤਾਂ ਜਿਵੇਂ ਬਾਕੀ ਸਰਕਾਰੀ ਕਰਮਚਾਰੀ ਕਰਦੇ ਨੇ ਉਵੇਂ ਕਰੋ। ਜੇ ਤੁਸੀਂ ਰਾਜਨੀਤੀ ਕਰਨੀ ਹੈ ਤਾਂ ਬਹੁਤ ਚੰਗੀ ਗੱਲ ਹੈ, ਅਸਤੀਫਾ ਦਿਓ, ਰਾਜਨੀਤੀ ਵਿੱਚ ਆਓ। ਹਰ ਆਦਮੀ ਨੂੰ ਰਾਜਨੀਤੀ ਕਰਨ ਦਾ ਜਿਹੜਾ ਅਧਿਕਾਰ ਹੈਗਾ। ਫਿਰ ਇਹਨਾਂ ਨੇ ਇੱਕ ਦੋਸ਼ ਲਗਾਇਆ ਸੀ ਕਿ ਜਿਹੜੇ ਇੱਥੋਂ ਦੇ SMO ਨੇ ਸੁਖਪ੍ਰੀਤ ਬਰਾੜ, ਉਹਨਾਂ ਦੀ ਕੋਈ ਟ੍ਰਾਂਸਫਰ ਹੋਈ ਹੈ। ਟ੍ਰਾਂਸਫਰ ਰੁਕਵਾਉਣ ਲਈ ਜਿਹੜੇ ਲੋਕਲ MLA ਨੇ ਉਹਨਾਂ ਨੇ 3 ਲੱਖ ਰੁਪਇਆ ਲਿਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2021 ਵਿੱਚ ਜਿਹੜੀ ਆਪਣੀ ਉਹ ਇੱਥੇ ਪ੍ਰਮੋਟ ਹੋ ਕੇ SMO ਲੱਗੇ ਨੇ ਸੁਖਪ੍ਰੀਤ ਬਰਾੜ, ਤੇ ਉਹ 80% ਉਹ ਜਿਹੜੇ ਉਹ ਡਿਸੇਬਲਡ ਨੇ। ਤੇ ਡਿਸੇਬਲਡ ਪਰਸਨ ਨੂੰ ਹਾਈ ਕੋਰਟਸ ਦੀਆਂ ਵੀ ਡਾਇਰੈਕਸ਼ਨਸ ਨੇ ਵੀ ਉਹ ਆਪਦੀ ਜਿਹੜੀ ਹੋਮ ਡਿਸਟ੍ਰਿਕਟ ਆ ਉਹਦੇ ਵਿੱਚ ਜੌਬ ਕਰ ਸਕਦੇ ਆ, ਤੇ ਉਹਨਾਂ ਦੀ ਟ੍ਰਾਂਸਫਰ ਸਰਕਾਰ ਛੇਤੀ ਨਹੀਂ ਕਰਦੀ। ਤੇ ਨਾ ਹੀ ਕੋਈ ਉਹਨਾਂ ਦੀ ਜਿਹੜੀ ਇਹ ਗੱਲ ਕਹਿੰਦੇ ਟ੍ਰਾਂਸਫਰ, ਜੇ ਕੋਈ ਟ੍ਰਾਂਸਫਰ ਹੋਈ ਹੋਊਗੀ ਫਿਰ ਉਹਦੇ ਆਰਡਰ ਹੋਏ ਹੋਣਗੇ, ਫਿਰ ਜਾਂ ਉਸ ਤੋਂ ਬਾਅਦ ਫਿਰ ਉਹ ਰੁਕਵਾਉਣ ਦੇ ਆਰਡਰ ਹੋਏ ਹੋਣਗੇ। ਜੇ ਲੂੰਬਾ ਜੀ ਕੋਲ ਕੋਈ ਉਹਦਾ ਤੱਥ ਹੈਗਾ ਤਾਂ ਉਹ ਵੀ ਉਹ ਦੱਸਣ, ਤੇ ਨਹੀਂ ਐਵੇਂ ਬੇਬੁਨਿਆਦ ਆਰੋਪ ਲਾਉਂਦੇ, ਉਹ ਉਹਨਾਂ ਵਾਸਤੇ ਠੀਕ ਨਹੀਂ ਹੈਗਾ। ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਆਪਣੇ ਆਪ ਹੀ ਕਲੇਮ ਕਰਦੇ ਨੇ ਕਿ ਸਰਵਿਸ ਦੇ ਦੌਰਾਨ ਮੇਰੇ ਉੱਪਰ 108 ਸ਼ਿਕਾਇਤਾਂ ਹੋਈਆਂ ਨੇ। ਮੈਂ ਕਹੂੰਗਾ ਕਿ ਜਿਹੜੇ EMPLOYEE ਦਾ ਕੰਡਕਟ ਠੀਕ ਹੋਵੇ, ਕੀ ਹੋ ਸਕਦਾ ਵੀ ਉਹਦੇ ਉੱਪਰ 108 ਕੰਪਲੇਂਟ ਹੋ ਜਾਣ। ਇਹਦਾ ਮਤਲਬ ਕਿ ਇਹਨਾਂ ਦਾ ਜਿਹੜਾ ਕੰਡਕਟ ਆ ਉਹ ਪਿਛਲੇ ਸਮੇਂ ਦੇ ਵਿੱਚ ਵੀ ਇੱਕ ਜੋ ਸਰਕਾਰੀ EMPLOYEE ਦਾ ਹੋਣਾ ਚਾਹੀਦਾ ਉਹੋ ਜਿਹਾ ਕੰਡਕਟ ਇਹਨਾਂ ਦਾ ਨਹੀਂ ਰਿਹਾ, ਤਾਂ ਹੀ ਇਹਨਾਂ ਦੇ ਉੱਪਰ ਇੰਨੀਆਂ ਸ਼ਿਕਾਇਤਾਂ ਹੋਈਆਂ। ਇਹਨਾਂ ਨੇ ਦੇਖੋ, ਮੈਂ ਕਿਉਂਕਿ ਨਹੀਂ, ਮੈਂ ਇਸ ਗੱਲ ਨੂੰ ਮੈਨੂੰ ਨਹੀਂ ਲੱਗਦਾ ਕਿ ਮੈਂ ਐਵੇਂ ਕੋਈ ਉਹਨਾਂ 'ਤੇ ਨਿੱਜੀ ਟੀਕਾ ਟਿੱਪਣੀ ਕਰਾਂ, ਪਰ ਸਮਾਜ ਦੇ ਵਿੱਚ ਬੜੇ ਲੋਕਾਂ ਨੇ ਜਦੋਂ ਦੀ ਇਹ ਕੰਟਰੋਵਰਸੀ ਚੱਲੀ ਹੈ, ਬੜੇ ਲੋਕਾਂ ਨੇ ਸਾਨੂੰ ਅਪਰੋਚ ਕੀਤਾ ਕਿ ਹੋਰ ਵੀ ਜਿਹੜੇ ਲੋਕ ਆ ਉਹਨਾਂ ਨੂੰ ਵੀ ਇਹਨਾਂ ਨੇ ਬੜੀ ਵਾਰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਇਹਨਾਂ ਦੇ ਆਪਣੇ ਹੀ ਪਿੰਡ ਦੇ ਇੱਕ ਸਾਬਕਾ ਸਰਪੰਚ
ਸਰਪੰਚ ਨੇ, ਇਹਨਾਂ ਨੇ ਉਹ ਕੋਈ ਰੋਡ ਦਾ ਮਸਲਾ ਸੀ ਉਹਦੇ ਤੋਂ ਇਹਨਾਂ ਨੇ ਬਲੈਕਮੇਲ ਕੀਤਾ। ਇੱਥੇ ਇੱਕ ਸਕੂਲ ਹੈ ਮੋਗਾ ਦੇ ਵਿੱਚ ਬਲੂਮਿੰਗ ਬਰਡਸ, ਉਹਨਾਂ ਨੇ ਵੀ ਸਾਨੂੰ ਅਪਰੋਚ ਕੀਤਾ ਕਿ ਇਹ ਸਾਨੂੰ ਬਲੈਕਮੇਲ ਕਰਦੇ ਸੀ। ਉਹ ਇਹਨਾਂ ਦੀ ਬਲੈਕਮੇਲਿੰਗ ਜਾਂ ਧਰਨਿਆਂ ਤੋਂ ਤੰਗ ਆ ਕੇ ਉਹਨਾਂ ਨੇ ਇਹਨਾਂ ਦੇ ਬੱਚਿਆਂ ਨੂੰ ਵੀ ਉੱਥੋਂ ਰੈਸਟੀਗੇਟ ਕਰ ਦਿੱਤਾ ਸੀ। ਇਹ ਸਾਰੇ ਫੈਕਟਸ ਨੇ, ਤੁਸੀਂ ਸਾਰੇ ਜਰਨਲਿਸਟੋਂ ਚੰਗੀ ਤਰ੍ਹਾਂ ਜਾਣਦੇ ਹੋ, ਇਹਨਾਂ ਚੀਜ਼ਾਂ ਨੂੰ ਵੈਰੀਫਾਈ ਕਰ ਸਕਦੇ ਹੋ। ਵੈਸੇ ਇਹਨਾਂ ਨਾਲ ਚੀਜ਼ਾਂ ਨਾਲ ਸਾਡਾ ਕੋਈ ਸਰੋਕਾਰ ਨਹੀਂ। ਮੈਂ ਤਾਂ ਇਹੀ ਕਹਿੰਦਾ ਕਿ ਇੱਕ ਅਸੀਂ ਚਲੋ ਸਾਡੀ ਸਰਕਾਰ ਹੈ, ਇਹ ਜਿਹੜੇ ਬੇਬੁਨਿਆਦ ਦੋਸ਼ ਲਾ ਰਹੇ ਨੇ ਜਾਂ ਇਹਨਾਂ ਨੂੰ ਇਹ ਪ੍ਰੂਵ ਕਰਨ, ਤੇ ਨਹੀਂ ਤਾਂ ਫਿਰ ਇਹ ਹੈ ਕਿ ਅਸੀਂ ਇਹਨਾਂ ਨੂੰ ਡੈਫਾਮੇਸ਼ਨ ਸੂਟ ਇਹਨਾਂ ਤੇ ਫਾਈਲ ਕਰਾਂਗੇ। ਨੋਟਿਸ ਅਸੀਂ ਇਹਨਾਂ ਨੂੰ ਭੇਜ ਦਿੱਤਾ, ਜਾਂ ਤਾਂ ਇਹ 15 ਦਿਨ ਦੇ ਵਿੱਚ ਆਪਣੇ ਮਾਫੀ ਮੰਗਣ ਜਾਂ ਕੋਈ ਫੈਕਟ ਪੇਸ਼ ਕਰਨ, ਤੇ ਨਹੀਂ ਫਿਰ ਇਹਨਾਂ ਦੇ ਉੱਪਰ ਜਿਹੜੀ ਡੈਫਾਮੇਸ਼ਨ ਹੈ ਸਿਵਲ ਡੈਫਾਮੇਸ਼ਨ ਅਸੀਂ ਫਾਈਲ ਕਰਾਂਗੇ, ਤੇ ਇਹਨਾਂ ਨੂੰ ਉਹਦਾ ਜਵਾਬ ਹੈ ਜਿਹੜਾ ਕੋਰਟ ਦੇ ਵਿੱਚ ਦੇਣਾ ਪਊਗਾ। ਕਿਹਦੇ ਨੂੰ ਨੋਟਿਸ ਭੇਜਿਆ ਜੀ? ਨੋਟਿਸ ਇੱਕ ਤਾਂ ਜੀ ਆਪਣੇ ਹੈਗੇ ਨੇ ਕੋਈ, ਮੈਂ ਤੁਹਾਨੂੰ ਦੱਸ ਦਿੰਦਾ, ਇਹ ਹੈਗੇ ਨੇ ਇਹ ਕੁਝ ਆਪਣੇ ਲੱਖਾ ਸਿਧਾਣਾ ਸ਼ਾਇਦ ਉਹਨਾਂ ਦਾ ਕੋਈ ਚੈਨਲ ਹੈ, ਇੱਕ ਜਿਹੜੇ ਆਪਣੇ ਮਹਿੰਦਰਪਾਲ ਲੂੰਬਾ ਜੀ ਹੈ ਇਹਨਾਂ ਨੂੰ ਹੈ, ਤੇ ਬਾਕੀ ਇਹ ਸਾਡੇ ਮੈਡਮ ਦੇ ਕਾਉਂਸਲ ਬੈਠੇ ਨੇ ਵਰਿੰਦਰ ਰੱਤੀਆਂ ਜੀ, ਡੈਫਾਮੇਸ਼ਨ ਬਾਰੇ ਤੁਹਾਨੂੰ ਜ਼ਿਆਦਾ ਇਹ ਵਿਸਥਾਰ ਨਾਲ ਦੱਸ ਦੇਣਗੇ। ਪ੍ਰਧਾਨ ਜੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਜਦੋਂ ਇਹਨਾਂ ਦੀ ਬਦਲੀ ਹੋਈ ਸੀ, ਜਦੋਂ ਤੁਹਾਡੀ ਸਰਕਾਰ ਆਈ ਸੀਗੀ ਤੇ ਮੈਡਮ ਵੱਲੋਂ ਇਹਨਾਂ ਨੂੰ ਲਿਆਂਦਾ ਗਿਆ ਸੀਗਾ, ਕਾਫੀ ਪੋਸਟਾਂ ਇਹਨਾਂ ਨੇ ਪਾ ਕੇ ਮੈਡਮ ਦੇ ਫੇਵਰ ਦੇ ਵਿੱਚ, ਫਿਰ ਕਾਰਨ ਕੀ ਬਣਿਆ ਕਿ ਅੱਜ ਇਹਨਾਂ ਇਹ ਉਲਟ ਹੋ ਗਏ ਨੇ? ਇਹ ਤਾਂ ਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਜੇ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਜਦੋਂ ਵੀ ਇਹਨਾਂ ਦੀ ਬਦਲੀ ਹੋਈ ਹੈ ਤਾਂ ਇਹ ਐਵੇਂ ਉਸ ਚੀਜ਼ ਨੂੰ ਆਪਣੇ ਆਪ ਨੂੰ ਉਭਾਰਨ ਲਈ, ਰਾਜਨੀਤੀ ਕਰਨ ਲਈ, ਤੇ ਇਹ ਕੁਝ ਬਹਾਨੇਬਾਜ਼ੀਆਂ ਕਰਕੇ ਕਦੇ ਕਹਿੰਦੇ ਕਿ ਮੈਂ ਧਰਨਾ ਲਗਾਊਂਗਾ, ਜਾਂ ਜਦੋਂ ਕਿ ਜਿਹੜੀ ਟਰਾਂਸਫਰ ਹੈ ਉਹ ਪਾਰਟ ਆਫ ਜੌਬ ਹੈ। ਦੇਖੋ ਵੱਡੇ ਵੱਡੇ ਅਫਸਰ ਨੇ ਜਿਹੜੇ ਉਹ ਵੀ ਟਰਾਂਸਫਰ ਹੁੰਦੇ ਨੇ, ਹਰ ਡਿਪਾਰਟਮੈਂਟਸ ਦੇ ਵਿੱਚ ਬਦਲੀਆਂ ਚੱਲਦੀਆਂ ਰਹਿੰਦੀਆਂ ਨੇ। ਇਹਨਾਂ ਵੱਲੋਂ ਕਿਹਾ ਸੀ ਜਦੋਂ ਮੈਂ ਗੱਲ ਕੀਤੀ ਉਸ ਤੋਂ ਬਾਅਦ ਏਸੀ ਜਿਹੜੇ ਹੈਗੇ ਹਸਪੀਟਲ ਵਿੱਚ ਸ਼ਿਫਟ ਕੀਤੇ ਗਏ ਆ। ਨਹੀਂ, ਤੁਸੀਂ ਦੇਖੋ ਇਹ ਗੱਲਾਂ ਵੈਸੇ ਜਿਹੜਾ ਹਸਪਤਾਲ ਦਾ ਪ੍ਰਸ਼ਾਸਨ ਹੈ ਉਹ ਵਧੀਆ ਦੱਸ ਸਕਦਾ ਹੈ, ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਤੁਸੀਂ ਆਪਣੇ ਤੌਰ ਤੇ ਵੀ ਜਾ ਕੇ, ਆਪਾਂ ਨੂੰ ਵੀ ਪਤਾ ਲੱਗਦਾ ਕਿ ਇੰਸਟਾਲੇਸ਼ਨ ਨਵੀਂ ਹੋਈ ਹੈ, ਬਾਕੀ ਉਸੇ ਇੰਸਟਾਲੇਸ਼ਨ ਤਰੀਕ ਪਈ ਹੋਊ ਉਹਨਾਂ ਦੀ, ਜਿਹੜੇ ਆਪਣੇ ਏਸੀਸ ਹੈਗੇ ਨੇ, ਤੇ ਉਹ ਤੁਸੀਂ ਵੀ ਆਪਣੇ ਤੌਰ ਤੇ ਵੈਰੀਫਾਈ ਕਰੋ। ਤੇ ਜਿਹੜੀ 4 ਮੈਂਬਰੀ ਕਮੇਟੀ ਬਣੀ ਹੈ ਉਹਨੇ ਵੀ ਇਹ ਚੀਜ਼ ਵੈਰੀਫਾਈ ਕੀਤੀ ਹੈ। 1 ਸਾਲ ਪਹਿਲਾਂ ਏਸੀ ਖਰੀਦੇ ਗਏ ਤੇ ਹੁਣ ਹੀ ਰੌਲਾ ਕਿਉਂ ਪਿਆ ਜੀ? ਇਹ ਤਾਂ ਲੂੰਬਾ ਜੀ ਦੱਸਣਗੇ ਨਹੀਂ, ਕਿਉਂਕਿ ਉਹਨਾਂ ਦੀ ਟਰਾਂਸਫਰ 1 ਸਾਲ ਪਹਿਲਾਂ ਨਹੀਂ ਹੋਈ, ਉਹਨਾਂ ਦੀ ਟਰਾਂਸਫਰ ਹੁਣ ਹੋਈ ਹੈ। ਇੱਕ ਡਰਾਈਵਰ ਦੀ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਡਰਾਈਵਰ ਸਿਵਲ ਹਸਪੀਟਲ ਦਾ ਜਿਹੜਾ ਮੈਡਮ ਦੇ ਕੋਲ ਸੀਗਾ, ਫੋਟੋ ਵਗੈਰਾ ਸ਼ੇਅਰ ਕੀਤੇ ਉਹਨਾਂ ਨੇ, ਬਰਥਡੇ ਵਗੈਰਾ। ਨਹੀਂ ਦੇਖੋ, ਇੱਕ ਮੈਂ ਵੀ ਦੇਖੀ ਹੈ, ਉਹਨਾਂ ਨੇ ਨਾ ਜਿਹੜਾ ਕੋਈ ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਬੰਦਾ ਹਸਪੀਟਲ ਦਾ ਡਰਾਈਵਰ ਹੈਗਾ ਕਿ ਨਹੀਂ ਹੈਗਾ, ਪਰ ਉਹਨੇ ਇੱਕ ਫੋਟੋ ਸ਼ੇਅਰ ਕੀਤੀ ਜਿੱਤੇ ਰਾਊਂਡ ਕੀਤਾ ਹੋਇਆ ਕਿ ਇਹ ਹਸਪੀਟਲ ਦਾ ਡਰਾਈਵਰ ਹੈ, ਤੇ ਉਹ ਕੋਈ ਬਰਥਡੇ ਦੀ ਫੋਟੋ ਹੈ। ਹੁਣ ਬਰਥਡੇ ਤਾਂ ਜੇ ਕੋਈ ਕਿਸੇ ਦਾ ਮਨਾ ਰਿਹਾ, ਉੱਥੇ ਕੋਈ ਡਰਾਈਵਰ ਵੀ ਹਰ ਕੋਈ ਜਾ ਸਕਦਾ, ਪਰ ਉੱਥੇ ਕੋਈ ਇਹੋ ਜਿਹਾ ਕੋਈ ਪ੍ਰੂਫ ਨਹੀਂ ਹੈ ਕਿ ਉਹ ਬੰਦਾ ਜਿਹੜੀ ਤਨਖਾਹ ਹਸਪਤਾਲ 'ਚੋਂ ਲੈ ਲਈ ਤੇ ਸਰਵਿਸ ਆਪਣੇ ਲੋਕਲ MLA ਨੂੰ ਦੇ ਰਿਹਾ ਸੀ। ਪ੍ਰਧਾਨ ਜੀ, ਲੂੰਬਾ ਜੀ ਵੱਲੋਂ ਹੁਣ ਸੋਸ਼ਲ ਮੀਡੀਆ ਤੇ ਕੱਲ ਪਰਸੋਂ ਹੀ ਇੱਕ ਪੋਸਟਾਂ ਵਾਇਰਲ ਕੀਤੀਆਂ ਗਈਆਂ ਨੇ, ਜਿਹਦੇ ਵਿੱਚ ਉਹ ਕਹਿ ਰਹੇ ਨੇ ਵੀ MLA ਦੇ ਜਿਹੜੇ ਹਸਬੈਂਡ ਨੇ ਉਹ ਸਰਕਾਰੀ ਜੋਬ ਕਰਦੇ ਨੇ, ਪਰ ਉਹਨਾਂ ਵੱਲੋਂ ਜਿਹੜੇ ਸੜਕਾਂ ਦੇ ਉਦਘਾਟਨ ਕੀਤੇ ਜਾ ਰਹੇ ਆ, ਉਹਦਾ ਉਹਨਾਂ ਨੇ ਕੋਈ ਫੋਟੋ ਸ਼ੇਅਰ ਕੀਤੀ ਜਾਂ ਕੀ? ਫੋਟੋਆਂ ਸ਼ੇਅਰ ਕੀਤੀਆਂ ਨੇ। ਨਹੀਂ, ਮੈਂ ਨਹੀਂ ਉਹ ਦੇਖੀਆਂ ਹੈਗੀਆਂ, ਪਰ ਮੈਂ ਇਹ ਜ਼ਰੂਰ ਕਹਿ ਸਕਦਾ ਜੇ ਨਾ ਤਾਂ ਜੇ ਸਰਕਾਰੀ ਇੰਪਲਾਈ ਹੋ ਕੇ ਨਾ ਤਾਂ ਲੂੰਬਾ ਜੀ ਨੂੰ ਇਹ ਅਧਿਕਾਰ ਹੈ ਉਹ ਰਾਜਨੀਤੀ ਕਰਨ, ਤੇ ਚਾਹੇ ਉਹ ਹੁਣ ਸਾਡੇ ਜਿਹੜੇ MLA ਉਹਨਾਂ ਦੇ ਹਸਬੈਂਡ ਹੋਣ, ਉਹ ਕੋਈ ਵੀ ਜਿਹੜਾ ਸਰਕਾਰੀ ਇੰਪਲਾਈ ਉਹ ਰਾਜਨੀਤੀ ਨਹੀਂ ਕਰ ਸਕਦਾ। ਜੋ ਜਾਣਕਾਰੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਜਾ ਰਹੀ ਹੈ, ਕੀ ਖੁਲਾਸੇ ਜਿਹੜੇ ਕਰਨ ਜਾ ਰਹੀ ਹੈ, ਕਿਉਂਕਿ ਕੱਲ੍ਹ ਜੀ ਤੁਹਾਨੂੰ ਇਹਨੂੰ ਦੱਸਿਆ ਕਿ ਖੁਲਾਸੇ ਜਿਹੜੇ ਆ ਕੇ ਨਹੀਂ ਪਤਾ ਲੱਗਿਆ ਕੀ ਖੁਲਾਸੇ ਨੇਗੇ, ਉਹ ਸਾਰੀ ਜਾਣਕਾਰੀ। ਪਿਛਲੇ ਦਿਨੀ 23 ਤਰੀਕ ਨੂੰ ਮੈਂ ਇੱਥੇ ਜਿਹੜੀ ਮੋਗਾ ਜ਼ਿਲ੍ਹੇ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਇਕੱਠ ਹੋਇਆ ਸੀਗਾ ਨਛੱਤਰ ਸਿੰਘ ਹਾਲ ਦੇ ਵਿੱਚ। ਉਸ ਦਿਨ ਮੈਂ ਸਟੇਜ ਤੋਂ ਕੁਝ ਖੁਲਾਸੇ ਕੀਤੇ ਸੀ ਕਿ ਸਿਵਲ ਹਸਪਤਾਲ ਦੇ ਵਿੱਚ ਕੀ ਚੱਲ ਰਿਹਾ ਹੈ, ਜਿਹਦੇ ਵਿੱਚ ਮੈਂ ਇਹ ਖੁਲਾਸਾ ਕੀਤਾ ਸੀਗਾ ਕਿ ਸਾਡੇ ਸਿਵਲ ਹਸਪਤਾਲ ਦੇ AC ਆ ਜਿਹੜੇ ਮੈਡਮ MLA ਦੇ ਦਫ਼ਤਰ ਤੇ ਘਰ ਦੇ ਵਿੱਚ ਚੱਲ ਰਹੇ ਆ, ਔਰ ਉਸ ਤੋਂ ਇਲਾਵਾ ਸਾਡਾ ਇੱਕ ਡਰਾਈਵਰ ਹੈ ਜਿਹੜਾ ਉਹ ਜਦੋਂ ਦਾ ਅਪੁਆਇੰਟ ਹੋਇਆ ਉਹਨੂੰ ਤਕਰੀਬਨ 9-10 ਮਹੀਨੇ ਹੋ ਗਏ ਅਪੁਆਇੰਟ ਹੋਏ ਨੂੰ, ਉਦੋਂ ਤੋਂ ਲੈ ਕੇ ਹੀ ਮੈਡਮ MLA ਦੇ ਘਰ ਜਿਹੜਾ ਕੰਮ ਕਰ ਰਿਹਾ ਸੀਗਾ। ਔਰ ਇਹ ਵੀ ਮੈਂ ਇਲਜ਼ਾਮ ਲਗਾਇਆ ਸੀਗਾ ਕਿ ਸਾਡੇ ਸਿਵਲ ਹਸਪਤਾਲ ਦਾ ਜਿਹੜਾ SMO ਹੈ ਉਹ ਬਹੁਤ ਜ਼ਿਆਦਾ ਕਰਪਟ ਹੈ, ਔਰ ਉਹਦੇ ਵੱਲੋਂ ਜਿੱਥੇ ਸਰਕਾਰੀ ਫੰਡਾਂ ਦੇ ਵਿੱਚ ਘਪਲੇਬਾਜ਼ੀ ਕੀਤੀ ਜਾ ਰਹੀ ਹੈ, ਜਾਲੀ ਬਿੱਲ ਪਾ ਕੇ ਜਿਹੜਾ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਉਹਦੇ ਨਾਲ ਜਿਹੜਾ ਹੈਗਾ ਮੁਲਾਜ਼ਮਾਂ ਤੋਂ ਵੀ ਜਿਹੜੀ ਰਿਸ਼ਵਤ ਦੇ ਰੂਪ ਦੇ ਵਿੱਚ ਪੈਸੇ ਲਏ ਜਾ ਰਹੇ ਆ। ਸੋ ਉਹਦੇ ਸਬੰਧ ਦੇ ਵਿੱਚ ਇੱਕ ਜਿਹੜਾ ਵੱਡੀ ਗੱਲ ਏਸੀਆਂ ਦੇ ਸਬੰਧ ਦੇ ਵਿੱਚ ਆਈ ਸੀ, ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਕੁਝ ਖੁਲਾਸੇ ਕਰਨ ਜਾ ਰਹੇ ਹਾਂ। ਡਰਾਈਵਰ ਬਾਰੇ ਮੈਂ ਦੱਸ ਦਿਆਂ ਕਿ ਜਿਸ ਦਿਨ ਮੈਂ ਉਹ ਵੀਡੀਓ ਸਟੇਜ ਤੋਂ ਬੋਲ ਰਿਹਾ ਸੀ ਤਾਂ ਉਹ ਲਾਈਵ ਚੱਲ ਰਿਹਾ ਸੀ, ਤੇ ਉਸ ਤੋਂ ਤੁਰੰਤ ਬਾਅਦ ਜਿਹੜਾ MLA ਮੈਡਮ ਨੇ ਉਹ ਡਰਾਈਵਰ ਨੂੰ ਆਪਣੇ ਕੋਠੀਓਂ ਭਜਾਇਆ ਤੇ ਸਿਵਲ ਹਸਪਤਾਲ ਦੇ ਵਿੱਚ ਆਇਆ। ਉਸ ਡਰਾਈਵਰ ਨੂੰ ਅਸੀਂ ਪਹਿਲੀ ਵਾਰੀ ਦੇਖਿਆ, ਨਾਮ ਜ਼ਰੂਰ ਸੁਣਿਆ ਸੀਗਾ ਕਿ ਇੱਕ ਮਨਜੀਤ ਸਿੰਘ ਦਾ ਡਰਾਈਵਰ ਹੈ, ਜਿਹੜਾ ਨਾਮ ਦਾ ਡਰਾਈਵਰ ਹੈ ਜਿਹੜਾ ਉਹ
MLA ਮੈਡਮ ਦੀ ਕੋਠੀ 'ਚ ਕੰਮ ਕਰ ਰਿਹਾ ਤੇ ਸਾਰੇ ਹਸਪਤਾਲ ਦੇ ਮੁਲਾਜ਼ਮਾਂ ਨੇ ਜਿਹੜਾ ਉਹ ਪਹਿਲੀ ਵਾਰੀ ਉਹਨੂੰ ਦੇਖਿਆ। ਇਸ ਸੰਬੰਧ ਦੇ ਵਿੱਚ ਅੱਜ ਜਿਹੜਾ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਹੈ ਉਹ ਸਿਵਲ ਸਰਜਨ ਨੂੰ ਵੀ ਮਿਲੇ ਹੈ। ਉਹਨਾਂ ਨੇ ਇੱਕ RTI ਪਾ ਕੇ ਉਸ ਡਰਾਈਵਰ ਦੇ ਸੰਬੰਧ ਦੇ ਵਿੱਚ ਜਾਣਕਾਰੀ ਮੰਗੀ ਹੈ ਤੇ CCTV ਫੁਟੇਜ ਮੰਗੀ ਹੈ ਸਿਵਲ ਹਸਪਤਾਲ ਮੋਗਾ ਦੀ। ਸੋ ਉਸ ਤੋਂ ਇਲਾਵਾ ਅਸੀਂ ਹੁਣ ਜਿਹੜਾ ਏਸੀਆਂ ਦਾ ਮੁੱਦਾ ਸੀਗਾ ਉਹਦੇ ਤੇ ਗੱਲ ਕਰਨ ਜਾ ਰਹੇ ਹਾਂ। ਸਿਵਲ ਹਸਪਤਾਲ ਮੋਗਾ ਦਾ SMO ਡਾਕਟਰ ਸੁਖਪ੍ਰੀਤ ਸਿੰਘ ਬਰਾੜ ਉਹਨੇ ਹੁਣ ਤੱਕ ਜਿੰਨੀਆਂ ਵੀ ਮੀਡੀਆ ਦੇ ਵਿੱਚ ਸਟੇਟਮੈਂਟਸ ਦਿੱਤੀਆਂ ਉਹਨੇ ਇਹਨੂੰ ਡਿਨਾਈ ਕੀਤਾ ਕਿ ਅਸੀਂ ਕੋਈ AC ਨਹੀਂ ਖਰੀਦੇ, ਕੋਈ ਸਾਡੇ ਕੋਲ ਫੰਡ ਹੀ ਹੈ ਨਹੀਂ AC ਖਰੀਦਣ ਲਈ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਕਰਪਸ਼ਨ ਕੀਤੀ ਜਾਂਦੀ ਹੈ ਉਹ ਕਿਵੇਂ ਕੀਤੀ ਜਾਂਦੀ ਹੈ। ਇੱਕ ਚਿੱਠੀ ਮੁਲਾਜ਼ਮਾਂ ਨੂੰ ਜਾਰੀ ਕੀਤੀ ਗਈ ਪਿਛਲੇ ਸਮੇਂ ਦੇ ਵਿੱਚ SMO ਵੱਲੋਂ ਹਰ ਸਾਲ ਜਿਹੜਾ ਸਰਕਾਰੀ ਫੰਡਾਂ ਦੇ ਆਡਿਟ ਹੁੰਦੇ ਆ ਉਹ ਆਡਿਟ ਟੀਮਾਂ ਜਿਹੜੀਆਂ ਆਉਂਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਰਿਸ਼ਵਤ ਦੇ ਕੇ ਜਿਹੜੇ ਆਪਣੇ ਘਪਲੇ ਆ ਉਹਨਾਂ ਨੂੰ ਫਾਈਲਾਂ ਦੇ ਵਿੱਚ ਦਬਾਇਆ ਜਾਂਦਾ। ਉਹ ਇਹਦਾ ਪ੍ਰਤੱਖ ਸਬੂਤ ਹੈ ਕਿ ਸਿਵਲ ਸਰਜਨ SMO ਨੇ ਇੱਕ ਲਿਖਤੀ ਚਿੱਠੀ ਜਿਹੜੀ ਉਹ ਕੱਢੀ ਹੈ ਆਪਣੇ ਮੁਲਾਜ਼ਮਾਂ ਨੂੰ, ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਆਡਿਟ ਤਹਿਤ ਫੰਡ ਲੈਣ ਸੰਬੰਧੀ ਸਮੂਹ ਸਿਵਲ ਹਸਪਤਾਲ ਮੋਗਾ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਬੇਨਤੀਪੂਰਵਕ ਲਿਖਿਆ ਜਾਂਦਾ ਹੈ ਕਿ ਆਡਿਟ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਅਧਿਕਾਰੀ ਕਰਮਚਾਰੀ ਆਪਣੀ ਕੈਟਾਗਰੀ ਤੋਂ ਚਾਰਜ ਅਨੁਸਾਰ ਫੰਡ ਵਿਜੇ ਕੁਮਾਰ ਫਾਰਮੇਸੀ ਅਫਸਰ ਸਿਵਲ ਹਸਪਤਾਲ ਮੋਗਾ ਨੂੰ ਜਮ੍ਹਾਂ ਕਰਵਾਏ ਜਾਣ। ਕਹਿਣ ਤੋਂ ਭਾਵ ਕੀ ਹੈ ਕਿ ਇਹ ਵਿਜੇ ਕੁਮਾਰ ਫਾਰਮਾਸਿਸਟ ਨੇ ਸਾਰੇ ਮੁਲਾਜ਼ਮਾਂ ਤੋਂ ਪੈਸੇ ਇਕੱਠੇ ਕੀਤੇ ਔਰ ਫਿਰ ਉਹ ਆਡਿਟ ਟੀਮ ਨੂੰ ਦੇ ਕੇ ਆਡਿਟ ਪਹਿਰੇ ਬਣ ਨਹੀਂ ਦਿੱਤੇ ਗਏ। ਸੋ ਅਸੀਂ ਇਸ ਦੇ ਬਿਹਾਫ ਤੇ ਜਿਹੜਾ ਇਹ ਇੱਕ ਅਖਬਾਰ ਦੀ ਟੁੱਕ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਖਬਰ ਵੀ ਲੱਗੀ ਸੀ ਅਖਬਾਰ ਦੇ ਵਿੱਚ ਔਰ ਇਹਦੇ ਵਿੱਚ ਇਹ SMO ਖੁਦ ਮੰਨਦਾ ਪਿਆ ਕਿ ਜਿਹੜਾ ਸਾਡਾ ਜਿਹੜਾ ਰਿਕਾਰਡ ਦਰੁਸਤ ਨਹੀਂ ਹੈਗਾ, ਜਿਸ ਕਰਕੇ ਸਾਨੂੰ ਜਿਹੜਾ ਆਡਿਟ ਟੀਮਾਂ ਨੂੰ ਪੈਸੇ ਦੇਣੇ ਪੈਂਦੇ ਆ। ਸੋ ਇਹ ਚੀਜ਼ ਇੱਥੇ ਲਿਖੀ ਹੈ ਸਰ? ਹਾਂਜੀ ਬਿਲਕੁਲ ਜੀ ਬਿਲकुल। ਸੁਖਪ੍ਰੀਤ ਬਰਾੜ ਵੱਲੋਂ ਲਿਖੀ ਗਈ हाँ, ये लिखा गया कि ऑडिट टीम के लिए फंड एकत्रित करने का खुलासा करते हुए सिविल अस्पताल के एक वरिष्ठ अधिकारी ने बताया कि सेवा में कमियों की वजह से ये राशि देनी पड़ती है। डॉक्टर समय पे नहीं आते, रिकॉर्ड पूरा नहीं रखते हैं, अन्य विभागों में भी कई खामियां हैं। अगर नियमों के अनुसार चला जाए तो डॉक्टर ही नहीं बल्कि अस्पताल का कोई भी कर्मचारी सेवा ना कर पाए। यही खामियां ऑडिट में जाकर ना हो, इसी कारण हर बार ऑडिट टीम को ये राशि देनी पड़ती है। कौन वरिष्ठ अधिकारी कौन है जी? है जी कौन है जी वरिष्ठ अधिकारी जिहदा वर्षन पाया हुआ है जी, जिहदा तुसीं कह रहे नहीं ਇਹਦੇ ਤੇ ਨਾਂ ਨਹੀਂ ਪਾਇਆ ਹੋਇਆ ਤੇ ਬਟ ਇਹਦੇ ਵਿੱਚ ਜਿਹੜਾ ਨਾਮ ਲੈ ਕੇ ਸਾਰਾ ਕੁਝ ਲਿਖਿਆ ਗਿਆ ਉਹਦੇ ਵਿੱਚ ਵਿਜੇ ਕੁਮਾਰ ਫਾਰਮਾਸਿਸਟ ਦਾ ਵੀ ਜਿਹੜਾ ਹੈਗਾ ਵਰਸ਼ਨ ਜਿਹੜਾ ਹੈਗਾ ਇਹਦੇ ਵਿੱਚ ਦਿੱਤਾ ਗਿਆ। ਉਹਨੇ ਵੀ ਇਹ ਗੱਲ ਜਿਹੜੀ ਮੰਨੀ ਹੈ। मैं ਤੁਹਾਨੂੰ पढ़ के सुनावा। अस्पताल सूत्रों की माने तो सिविल अस्पताल में प्रति चिकित्सक 3,000 रुपये की राशि वसूली गई है। क्लैरिकल स्टाफ से 1 से 2,000 रुपये की राशि जी उनके पास उनके काम व सीट के अनुसार ली गई है। ऑडिट टीम के लिए धनराशि वसूलने की जिम्मेवारी एक फार्मासिस्ट को सौंपी गई है। दैनिक जागरण की टीम मंगलवार को जब सिविल अस्पताल में इस बात की पुष्टि करने के लिए सबसे पहले एक चिकित्सक के पास पहुंची तो पहले तो उन्होंने स्वीकार नहीं किया, लेकिन जब कुछ बातें सामने आई तो उन्होंने पुष्टि कर दी। बाद में हमारी टीम फार्मासिस्ट के पास पहुंची। फार्मासिस्ट ने भी पहले तो मना किया, लेकिन बाद में ये कहते हुए मान गए कि वो तो नए हैं, कुछ महीने पहले ही उन्होंने ज्वाइन किया है। तो उनसे कहा गया कि वे सबको देखते हुए कर दिया, अधिकारियों की बात तो माननी पड़ती है। जी फार्मासिस्ट विजय कुमार ने यह जी गल कही है कि अधिकारियों की गल जी मननी पैंदी है, इस करके मैं जो फंड इकट्ठा किया। कदों दी खबर है ते डेट की है जी? ਇਹਦੇ ਤੇ ਡੇਟ ਤਾਂ ਨਹੀਂ ਹੈ ਪਰ ਇਹ 6 ਮਹੀਨੇ ਪੁਰਾਣੀ ਖਬਰ ਹੈਗੀ ਹੈ। ਵਿਜੇ ਕੁਮਾਰ ਨੂੰ ਕਿੰਨਾ ਚਿਰ ਹੋ ਗਿਆ? 3-4 ਮਹੀਨੇ ਪੁਰਾਣੀ ਹੈ। ਵਿਜੇ ਕੁਮਾਰ ਨੂੰ ਤਕਰੀਬਨ 6-7 ਮਹੀਨੇ ਹੋ ਗਏ ਜੀ ਇੱਥੇ। ਮੁੰਬਈ ਪਹਿਲਾਂ ਕਿਉਂ ਨਹੀਂ ਉਠਾਇਆ ਮਸਲਾ ਇਹ ਤੁਸੀਂ? ਇਹ ਅਖਬਾਰ 'ਚ ਆ ਚੁੱਕਿਆ ਜੀ। ਹਾਂਜੀ ਉਦੋਂ ਤੁਸੀਂ ਕਿਉਂ ਨਹੀਂ ਇਸ ਬਾਰੇ? ਇਹ ਕੋਰਿਲੇਟ ਕਰ ਰਿਹਾ ਜੀ, ਮੈਂ ਸਿਰਫ ਮਸਲੇ ਨੂੰ ਕੋਰਿਲੇਟ ਕਰ ਰਿਹਾ ਇਹਦੇ ਨਾਲ ਕਿ ਕਿਸ ਤਰ੍ਹਾਂ ਜਿਹੜਾ ਸਰਕਾਰੀ ਫੰਡਾਂ ਦੇ ਵਿੱਚ ਜਿਹੜਾ ਗਵਰਨਰ ਨੂੰ ਦਬਾਇਆ ਜਾਂਦਾ ਹੈ। ਹੁਣ ਮੈਂ ਗੱਲ ਆਉਂਗਾ ਕਿ ਏਸੀਆਂ ਦੀ। AC ਜਿਹੜੇ 4 ਖਰੀਦੇ ਗਏ ਸਿਵਲ ਹਸਪਤਾਲ
ਮੋਗਾ ਦੇ ਨਾਂ ਤੇ ਐਸਐਮਓ ਸਿਵਲ ਹਸਪਤਾਲ ਮੋਗਾ ਦੇ ਨਾਂ ਤੇ ਜਿਹੜਾ ਇਹ ਬਿੱਲ ਹੈ 6 ਬਿੱਲ ਹੈ ਔਰ ਇਹ ਜਨਤਾ ਇਲੈਕਟ੍ਰੋਨਿਕਸ ਤੋਂ ਖਰੀਦੇ ਗਏ ਆ। ਇਹਦੇ ਵਿੱਚ ਜਿਹੜਾ 15/8/2022 ਨੂੰ ਇੱਕ ਲੋਇਡ ਦਾ ਏਸੀ ਤੇ ਸਟੈਬਲਾਈਜ਼ਰ ਖਰੀਦਾ ਗਿਆ ਜਿਹਦਾ 33000 ਰੁਪਏ ਮੁੱਲ ਹੈ ਔਰ ਉਸ ਤੋਂ ਬਾਅਦ 17/8 ਨੂੰ ਫਿਰ 2 ਦਿਨ ਬਾਅਦ ਇੱਕ ਲੋਇਡ ਦਾ ਏਸੀ ਹੋਰ ਖਰੀਦਿਆ ਜਾਂਦਾ ਹੈ ਵਿਦ ਸਟੈਬਲਾਈਜ਼ਰ, ਉਹਦਾ ਵੀ ਰੇਟ 33000 ਰੁਪਏ ਹੈ। ਉਸ ਤੋਂ ਬਾਅਦ 18/8 ਨੂੰ ਯਾਨੀ ਦੀ ਅਗਲੇ ਦਿਨ ਹੀ ਫਿਰ ਇੱਕ ਹੋਰ ਏਸੀ ਖਰੀਦਿਆ ਜਾਂਦਾ ਹੈ ਕੈਲਵੀਨੇਟਰ ਦਾ ਵਿਦ ਸਟੈਬਲਾਈਜ਼ਰ, ਇਹਦਾ ਰੇਟ 37000 ਰੁਪਏ ਹੈ। ਔਰ ਉਸ ਤੋਂ ਅੱਗੇ ਜਿਹੜਾ ਹੈਗਾ 29/8 ਯਾਨੀ ਦੀ ਅਗਸਤ ਮਹੀਨੇ ਦੇ ਵਿੱਚ 2022 ਦੇ ਵਿੱਚ ਇਹ ਚਾਰੇ ਏਸੀ ਖਰੀਦੇ ਗਏ ਔਰ ਚੌਥਾ ਏਸੀ ਜਿਹੜਾ ਹੇਅਰ ਕੰਪਨੀ ਦਾ ਖਰੀਦਿਆ ਗਿਆ ਵਿਦ ਸਟੈਬਲਾਈਜ਼ਰ, ਉਹਦਾ ਮੁੱਲ 39000 ਰੁਪਏ। ਇਸ ਤੋਂ ਇਲਾਵਾ 2 ਫਰਿੱਜਾਂ ਵੀ ਖਰੀਦੀਆਂ ਗਈਆਂ ਜਿਹਦੇ ਵਿੱਚ ਇੱਕ 26/7 ਨੂੰ ਵਰਲਪੂਲ ਦੀ ਫਰਿੱਜ ਜਿਹੜੀ 13000 ਰੁਪਏ ਦੀ ਖਰੀਦੀ ਗਈ ਹੈ ਔਰ ਫਿਰ ਦੂਸਰੀ ਜਿਹੜੀ ਫਰਿੱਜ ਹੈਗੀ ਹੈ ਉਹ 30/6/2022 ਨੂੰ ਖਰੀਦੀ ਗਈ ਹੈ, ਵਰਲਪੂਲ ਦੀ ਫਰਿੱਜ ਦੀ ਹੈ ਵੀ। ਸੋ ਉਸ ਮੌਕੇ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਗੁਰਪ੍ਰੀਤ ਸਿੰਘ ਫਾਰਮਾਸਿਸਟ ਉਹਨਾਂ ਕੋਲ ਇਹਦਾ ਚਾਰਜ ਸੀਗਾ, ਉਹਨਾਂ ਨਾਲ ਅਸੀਂ ਫੋਨ ਤੇ ਗੱਲ ਕੀਤੀ ਕਿ ਕੀ ਤੁਹਾਡੇ ਨਾਲ ਕੋਈ ਤੁਹਾਡੇ ਰਹਿੰਦਿਆਂ ਇਸ ਤਰ੍ਹਾਂ ਦੀ ਕੋਈ ਖਰੀਦੋ ਫਰੋਖਤ ਕੀਤੀ ਗਈ ਹੈ, ਤਾਂ ਉਹਨਾਂ ਨੇ ਬਿਲਕੁਲ ਮਨਾ ਕਰ ਦਿੱਤਾ ਔਰ ਉਹ ਕਹਿੰਦੇ ਵੀ ਮੇਰੇ ਤਾਂ ਇਹ ਧਿਆਨ ਦੇ ਵਿੱਚ ਹੀ ਨਹੀਂ ਹੈਗੀ ਵੀ ਕੀ ਖਰੀਦੋ ਫਰੋਖਤ ਹੋਈ ਹੈ। ਕਹਿਣ ਤੋਂ ਭਾਵ ਕੀ ਹੈ ਕਿ ਕੋਈ ਕਮੇਟੀ ਨਹੀਂ ਬਣਾਈ ਗਈ, ਕੋਈ ਮਨਜ਼ੂਰੀ ਨਹੀਂ ਲਈ ਗਈ, ਕੋਈ ਸਰਕਾਰੀ ਫੰਡਾਂ ਦੀ ਜਿਹੜੀ ਵਰਤੋਂ ਕਰਨ ਵਾਸਤੇ ਜਿਹੜੀ ਹੈ ਉਹ ਮਨਜ਼ੂਰੀ ਨਹੀਂ ਲਈ ਗਈ ਔਰ ਬਾਹਰ ਜਿਹੜੀ ਇਹ ਖਰੀਦ ਕੀਤੀ ਗਈ ਹੈ। ਔਰ ਸਭ ਤੋਂ ਜਿਹੜੀ ਵੱਡੀ ਗੱਲ, ਲਗਭਗ 1 ਸਾਲ ਬੀਤਣ ਵਾਲਾ ਹੈ ਇਸ ਸਾਰੀ ਪਰਚੇਜ਼ ਹੋਈ ਨੂੰ, ਅੱਜ ਤੱਕ ਜਨਤਾ ਇਲੈਕਟ੍ਰੋਨਿਕਸ ਦੀ ਪੇਮੈਂਟ ਨਹੀਂ ਕੀਤੀ ਗਈ। ਉਹ ਵਿਚਾਰਾ ਹਰ ਰੋਜ਼ ਜਨਤਾ ਇਲੈਕਟ੍ਰੋਨਿਕਸ ਦਾ ਮਾਲਕ ਇਹਨਾਂ ਦੇ ਹਸਪਤਾਲ ਦੇ ਗੇੜੇ ਮਾਰ ਰਿਹਾ ਔਰ ਅੱਜ ਵੀ ਉਹ ਹਸਪਤਾਲ ਆਇਆ ਸੀਗਾ ਪੇਮੈਂਟ ਲੈਣ ਲਈ ਐਸਐਮਓ ਕੋਲੇ, ਪਰ ਉਹਨੂੰ ਅੱਜ ਵੀ ਪੇਮੈਂਟ ਨਹੀਂ ਮਿਲੀ। ਟੋਟਲ ਕਿੰਨੀ ਪੇਮੈਂਟ ਬਣਦੀ ਹੈ ਸਰ? 1,68,000 ਰੁਪਏ ਪੇਮੈਂਟ ਬਣਦੀ ਹੈ। ਅਸੀਂ ਇਹ ਮੰਗ ਕਰਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ, ਅਸੀਂ ਅੱਜ ਸਿਵਲ ਸਰਜਨ ਨੂੰ ਵੀ ਮਿਲ ਕੇ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਅਸੀਂ ਇਹ ਸਾਰੇ ਸਬੂਤ ਉਹਨਾਂ ਨੂੰ ਦੇ ਕੇ ਆਏ ਹਾਂ ਔਰ ਉਹਨਾਂ ਨੂੰ ਇਹ ਮੰਗ ਕੀਤੀ ਹੈ ਕਿ ਇਹਦੀ ਜਿਹੜੀ ਥਾਰੋ ਜਾਂਚ ਕਰਵਾਈ ਜਾਵੇ, ਵਿਜੀਲੈਂਸ ਦੀ ਜਾਂਚ ਕਰਵਾਈ ਜਾਵੇ ਔਰ ਜਿਹੜਾ ਇਹ ਪਤਾ ਕੀਤਾ ਜਾਵੇ ਵੀ ਇਹ ਚਾਰੇ ਏਸੀ ਤੇ 2 ਫਰਿੱਜਾਂ ਇਹ ਕਿੱਥੇ ਵਰਤੀਆਂ ਜਾ ਰਹੀਆਂ। ਸਰ ਜਿਹੜੇ ਬਿੱਲ ਪੇਸ਼ ਕਰ ਰਹੇ ਹੋ ਤੁਸੀਂ, ਇਹ ਦੱਸ ਰਹੇ ਹੋ ਇਹਦੀ ਕੋਟੇਸ਼ਨਸ ਵੀ ਪਹਿਲਾਂ ਹੋਣੀਆਂ ਹੋਣਗੀਆਂ? ਬਿਲਕੁਲ ਉਹ ਸਾਰਾ ਪ੍ਰੋਸੀਜਰ ਅਸੀਂ ਮੰਗ ਕੀਤਾ ਕਿ ਉਹ ਕੋਟੇਸ਼ਨਾਂ ਪਹਿਲਾਂ ਤਾਂ ਉਸ ਤੋਂ ਪਹਿਲਾਂ ਤਾਂ ਕਮੇਟੀ ਬਣਦੀ ਹੈ, ਉਹ ਮਨਜ਼ੂਰੀ ਦਿੰਦੀ ਹੈ, ਫਿਰ ਕੋਟੇਸ਼ਨਾਂ ਲਈਆਂ ਜਾਂਦੀਆਂ, ਫਿਰ ਪਰਚੇਜ਼ ਹੁੰਦੀ ਹੈ। ਇਹ ਐਸਐਮਓ ਦੇ ਨਾਮ ਤੇ ਬਿੱਲ ਹੈ ਜੀ? ਹਾਂਜੀ, ਇਹ ਐਸਐਮਓ ਦੇ ਨਾਂ ਤੇ ਐਸਐਮਓ ਸਿਵਲ ਹਸਪੀਟਲ ਉਦੋਂ ਸਰ ਕੌਣ ਸੀਗਾ ਐਸਐਮਓ? ਸੁਖਪ੍ਰੀਤ ਸਿੰਘ ਬਰਾੜ ਹੀ ਹੈ ਜੀ, 2021 ਤੋਂ ਲੈ ਕੇ ਇਹੀ ਚੱਲ ਰਿਹਾ। ਸੋ ਇਹਨਾਂ ਦੇ ਦੌਰਾਨ ਹੀ ਇਹ ਪਰਚੇਜ਼ ਕੀਤੀ ਗਈ। ਪੇਮੈਂਟ ਨਹੀਂ ਹੋਈ ਹੈ ਜੀ? ਹਾਲੇ ਤੱਕ ਪੇਮੈਂਟ ਨਹੀਂ ਹੋਈ।